ਵਰਤਿਆ ਪਾਪ ਸਬਸ ਜਗ ਮਾਹੀ, ਵਰਤਿਆ ਪਾਪ ਸਬਸ ਜਗ ਮਾਹੀ, ਵਰਤਿਆ ਪਾਪ ਸਬਸ ਜਗ ਮਾਹੀ। परजा अंधी ज्ञान बिन, परजा अंधी ज्ञान बिन, कूड़ कुसाट मुखों आलाई, सात मुखों आलाई। चेले साज बजाए दे, चेले साज बजाए दे, नचन गुरु बहुत विद पाई। नचन गुरु बहुत विद पाई, वरत्या पाप सबस जग माही, वरत्या पाप सबस जग माही। कल आई तेरे मोही, कल आई तेरे मोही, आज होया मुर्दार गुसाई, आज होया मुर्दार गुसाई। पाप सबस जग माही, वरत्या पाप सबस जग माही। काजी होए रिश्वती, काजी होए रिश्वती, वड्डी लैके हक गवाई। हक गवाई, स्त्री पुरख दाम हित, स्त्री पुरख दाम हित, भावे आए किथां जाई, आवे आए किथां जाई। वरत्या पाप सबस जग माही, वरत्या पाप सबस जग माही। कल आई
गुसाई। आज होआ मुरदार गुसाई। राजे पाप कमावदे, राजे पाप कमावदे, उल्टी वाड़ खेत को खाए, उल्टी वाड़ खेत को खाई। करते पाप सबस जग माही, वरते पाप सबस जग माही, वरते पाप सबस जग माही, वरते पाप सबस जग माही। ਵੱਡਾ ਤੇਰਾ ਦਰਬਾਰ ਸੱਚਾ ਤੁਧ ਤਖਤ। सिर शाह पातशाहो ने चल चौर छत, पौड़ी वड वड़ा पार तेरा मर्तबा, रंग प्रंग ने तुझा पर करतबा। दिया अंदर जो सब जान ला, सब तेरा बस तेरा घर भला, तेरे घर नंदाई तुझ घर, सर्व कला भरपूर दी जैदत कथा, नानक दासण दा तुध आगे बिणवता। तेरा जी तेरा नाम सत है श्री भाई। ਪੌੜੀ ਵੱਡੀ ਵੱਡਾ ਭਾਰ ਤੇਰਾ ਮਰਤਬਾ, ਰੰਗ ਪ੍ਰੰਗ ਨੇ ਚਨੰਜਾਪਨ ਕਰਤਬਾ। ਜੀਆਂ ਅੰਦਰ ਜੀਓ ਸਭ ਕੇ ਜਾਨ ਲਾ, ਸਭ ਕੇ ਤੇਰੇ ਵਸ ਤੇਰਾ ਕਰ ਪਲਾ। ਤੇਰੇ ਕਰ ਆਨੰਦ ਵਧਾਈ ਤੁਧ ਘਰ, ਮਾਨ ਮੱਤਾ ਤੇਜ ਆਪਣਾ ਆਪ ਜਰ। ਸਰਬ ਕਲਾ ਭਰਪੂਰ ਦੀ ਸਹਿਜਤ ਕਤਾ, ਨਾਨਕ ਦਾਸਨ ਦਾਸ ਤੁਧ ਆਗੇ ਬਿਨਵਤਾ। श्लोक पवन गुरु पाणी पिता माता धरत महत, दिवस रात दोए दाई दाया, खेलै सगल जगत। चंगियाइयां बुरियाइयां वाचै धर्म दूर, करमी आपो आपनी के नेड़े के दूर। जिनी नाम थे आया गए मशक्कत काल, नानक ते मुख उजले केती छुट्टी नाल। वाहिगुरु जी का खालसा, वाहिगुरु जी की फतेह। ਸ੍ਰੀ ਵਾਹਿਗੁਰੂ। ਗੁਰੂ ਨਾਨਕ ਪਾਦ ਬੰਦਨ ਪਾਦ ਸਿਮਰੋ ਅੰਗਦ ਗੁਰ ਅਮਰਦਾਸ
ਦਾਸ ਹਿਰਦੈ ਧਿਆਵੋ ਹਿਰਦੈ ਸ਼੍ਰੀ ਗੁਰੂ ਰਾਮਦਾਸ ਗੁਣ ਗੁਰੂ ਅਰਜਨ ਬਿਘਨਨ ਕੇ ਹਰ ਗੋਬਿੰਦ ਸ਼ੁਭ ਮਤ ਸ਼੍ਰੀ ਹਰਿ ਰਾਏ ਨਮੋ ਕਰ ਸ੍ਰੀ ਹਰਿ ਕ੍ਰਿਸ਼ਨ ਤੇਗ ਬਹਾਦਰ ਪਰਮ ਵਾਹਿਗੁਰੂ ਪਰਮ ਸ਼੍ਰੀ ਗੁਰੂ ਗੋਬਿੰਦ ਤਰੋਂ ਤਰਾ ਪਰ ਪੁਨ 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 ਸੀਸਾ ਬੰਦੋਂ ਬਾਰ ਜਗਦੀਸਾ ਏਕੰਕਾਰ ਸਤਿਗੁਰੂ ਤਹਿ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਹੈ ਬਿਘਨ ਬਿਨਾਸਨ ਸੋਏ ਸਮਹ ਅਮਰਤ ਗਿਆਨ ਹੈ ਮਾਨਕ ਭਗਤ ਵੈਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਦੋਹਰਾ ਸ਼੍ਰੀ ਨਾਨਕ ਅਵਲੋਕ ਕੈ ਬੋਲੇ ਸ਼ਬਦ ਉਠਾਏ ਸਭ ਲੋਕਨ ਕੀ ਜਸ ਦਸ਼ਾ ਤਸ ਤਬ ਦੀਨ ਸੁਨਾਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। परम सत्कारयोग सम्मानयोग गुरु की साजी और नवाजी हुई गुरु स्वरूप गुरु खालसा साध संगत जियो वडभागी हर संगत पावै भागहीन भरम चोटा खावै। वड्डियां भागां वाले हो के दीन दुनिया दे मालक ਸਰਬ ਸਾਂਝੀ ਵਾਲਤਾ ਦੇ ਸਾਂਝੇ ਰਹਿਬਰ ਜਗਤ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਵਿੱਤਰ ਹਜ਼ੂਰੀ 'ਚ ਸਤਿਗੁਰੂ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਾਵਨ ਪਵਿੱਤਰ ਚਰਨ ਛੋਹ ਪ੍ਰਾਪਤ ਇਤਿਹਾਸਕ ਸਥਾਨ ਤੇ ਇਕੱਤਰ ਹੋ ਕੇ ਹਾਜ਼ਰੀਆਂ ਭਰ ਕੇ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਦੀ ਜਨਮ ਸਾਖੀ ਦੀ ਚੱਲ ਰਹੀ ਲੜੀਵਾਰ ਕਥਾ ਆਪ ਜੀ ਬਹੁਤ ਹੀ ਅਦਬ ਸਤਿਕਾਰ ਸ਼ਰਧਾ ਤੇ ਭਾਵਨਾ ਸਹਿਤ ਸਰਵਣ ਕਰ ਰਹੇ। ਦਇਆ ਨਿਧ ਅੰਤਰਯਾਮੀ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਏਮਨਾਬਾਦ ਨਗਰ ਵਿੱਚ ਹਨ। ਬਾਬਰ ਦਾ ਕਹਿਰੀ ਹਮਲਾ ਹੋਇਆ। पूरा एमनाबाद नगर ने उजाड़ के रख दिता है। बाबर दे सिपाहियां विचों एक मुगल भाई बाला ते भाई मरदाना जी और सतगुरां नूं भार बरदार बना के चुक लिया है।
ਇੱਕ ਪੰਡ ਸਤਿਗੁਰਾਂ ਦੇ ਸੀਸ ਤੇ ਰੱਖੀ ਹੈ, ਜਿਹੜੀ ਮਹਾਰਾਜ ਜੀ ਦੇ ਸੀਸ ਤੋਂ ਇੱਕ ਹੱਥ ਉੱਚੀ ਹੈ, ਸੀਸ ਨਾਲ ਛੂਈ ਨਹੀਂ। ਇੱਕ ਪੰਡ ਭਾਈ ਬਾਲਾ ਜੀ ਨੇ ਚੁੱਕੀ ਹੈ, ਔਰ ਭਾਈ ਮਰਦਾਨਾ ਜੀ ਇੱਕ ਘੋੜਾ ਜਿਹੜਾ ਉਹਦੀ ਲਗਾਮ ਪਕੜ ਕੇ ਲੈ ਕੇ ਆ ਰਹੇ ਨੇ। ਰਸਤੇ ਦਾ ਇਹ ਚੋਜ ਲੋਕ ਵੇਖ ਕੇ ਅਚਰਜ ਨੇ ਕਿ ਜਦੋਂ ਸਤਿਗੁਰਾਂ ਨੇ ਕਿਹਾ ਮਰਦਾਨਿਆਂ ਰਬਾਬ ਵਜਾ, ਭਾਈ ਸਾਹਿਬ ਕਹਿੰਦੇ ਮਹਾਰਾਜ ਘੋੜੇ ਦੀਆਂ ਵਾਗਾਂ ਫੜੀਆਂ ਨੇ, ਰਬਾਬ ਵਜਾਣੀ ਔਖੀ ਹੈ। ਸਤਿਗੁਰੂ ਜੀ ਕਹਿੰਦੇ ਵਾਹਿਗੁਰੂ ਕਹਿ ਕੇ ਵਾਗਾਂ ਛੱਡ ਕੇ ਰਬਾਬ ਵਜਾ, ਘੋੜਾ ਆਪੇ ਪਿੱਛੇ ਪਿੱਛੇ ਟੁਰਿਆ ਆਵੇਗਾ। ਰਬਾਬ ਵਜਾਈ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਆਪਣੇ ਪਾਵਨ ਪਵਿੱਤਰ ਮੁਖਾਰ ਬਿੰਦ ਚੋਂ ਸ਼ਬਦ ਉਚਾਰਨ ਕੀਤਾ ਹੈ। ਸਭ ਨੇ ਸੁਣਿਆ ਤੇ ਸੁਣ ਕੇ ਅਚਰਜ ਹੋਏ। ਜਦੋਂ ਸਤਿਗੁਰਾਂ ਦਾ ਇਹ ਚੋਜ ਵੇਖਿਆ ਕਿ ਮਹਾਰਾਜ ਜੀ ਨੂੰ ਬੰਦੀਖਾਨੇ 'ਚ ਰੱਖਿਆ, ਤੇ ਉਹ ਮੁਗਲ ਭੱਜ ਕੇ ਬਾਬਰ ਨੂੰ ਖਬਰ ਦੇਣ ਪਹੁੰਚਿਆ ਕਿ ਬੰਦੀਖਾਨੇ 'ਚ ਕੋਈ ਦਰਵੇਸ਼ ਆਏ ਨੇ। ਬਾਬਰ ਚੱਲ ਕੇ ਦਰਸ਼ਨਾਂ ਵਾਸਤੇ ਪਹੁੰਚਿਆ। ਇੱਕ ਚੱਕੀ ਸਤਿਗੁਰਾਂ ਦੇ ਅੱਗੇ ਰੱਖੀ ਹੈ, ਇੱਕ ਚੱਕੀ ਭਾਈ ਬਾਲੇ ਤੇ ਮਰਦਾਨੇ ਮੂਹਰੇ ਰੱਖੀ ਹੈ। ਸਤਿਗੁਰਾਂ ਦੀ ਚੱਕੀ ਆਪਣੇ ਆਪ ਫਿਰ ਰਹੀ ਹੈ। ਮਹਾਰਾਜ ਜੀ ਦਾਣੇ ਦੀਆਂ ਮੁੱਠਾਂ ਭਰ ਕੇ ਵਿੱਚ ਪਾਉਂਦੇ ਹੈ। ਬਾਬਰ ਨੇ ਜਦੋਂ ਆ ਕੇ ਖੇਡ ਸਤਿਗੁਰਾਂ ਦੀ ਵੇਖੀ ਤੇ ਨਮਸਕਾਰ ਕੀਤੀ। ਬਾਬਰ ਵੱਲ ਵੇਖ ਕੇ ਉਸ ਬੰਦੀਖਾਨੇ ਦੇ ਲੋਕਾਂ ਦੀ ਜਿਹੜੀ ਦਸ਼ਾ ਸੀ, ਉਸ ਬੰਦੀਖਾਨੇ 'ਚ ਅਨੇਕਾਂ ਤੁਰਕਣੀਆਂ, ਅਨੇਕਾਂ ਹਿੰਦੂ, ਅਨੇਕਾਂ ਮੁਸਲਮਾਨ, ਪਠਾਨ ਜਿਹੜੇ ਕੈਦ ਕੀਤੇ ਹੋਏ ਸੀ, ਉਹਨਾਂ ਦੀ ਦਸ਼ਾ ਗੁਰੂ ਜੀ ਨੇ ਆਪਣੇ ਮੁਖੋਂ ਉਚਾਰਨ ਕੀਤੀ ਹੈ। ਆਓ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਪਾਵਨ ਪਵਿੱਤਰ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ 'ਚ ਵਸਾਈਏ। ਗੁਰੂ ਪਾਤਸ਼ਾਹ ਦੇ ਪਵਿੱਤਰ ਚਰਨਾਂ ਵਿੱਚ ਆਪਣੀਆਂ ਹਾਜ਼ਰੀਆਂ ਲਵਾਓ। ਰਸਨਾ ਨੂੰ ਕਰੋ ਪਵਿੱਤਰ ਤੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸ਼੍ਰੀ ਨਾਨਕ ਅਵਲੋਕ ਕੈ ਬੋਲੇ ਸ਼ਬਦ ਉਠਾਏ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਵੇਖਿਆ ਜਦੋਂ ਬਾਬਰ ਆ ਗਿਆ ਤੇ ਬੰਦੀਖਾਨੇ ਵਿੱਚ, ਜੇਲ੍ਹ ਖਾਨੇ ਵਿੱਚ ਜੋ ਉਹਨਾਂ ਲੋਕਾਂ ਦੀ ਦਸ਼ਾ ਸੀ, ਉਹ ਵੇਖ ਕੇ ਸਤਿਗੁਰੂ ਜੀ ਨੇ ਇੱਕ ਸ਼ਬਦ ਉਚਾਰਨ ਕੀਤਾ। ਸਭ ਲੋਕਨ ਕੀ ਜਸ ਦਸ਼ਾ ਤਸ ਤਬ ਦੀਨ ਸੁਨਾਏ। ਉਹਨਾਂ ਸਾਰੇ ਲੋਕਾਂ ਦੀ ਜਿਹੜੀ ਦਸ਼ਾ ਸੀ, ਉਹਨਾਂ ਦੇ ਜਿਹੜੇ ਹਾਲਾਤ ਸਨ, ਉਹ ਸਤਿਗੁਰੂ ਜੀ ਨੇ ਆਪਣੇ ਸ਼ਬਦ ਦੁਆਰਾ ਉਚਾਰਨ ਕਰਕੇ ਬਿਆਨ ਕਰਕੇ ਸੁਣਾਏ ਹਨ। ਰਾਗ ਆਸਾ ਮਹੱਲਾ ਪਹਿਲਾ। ਅਸ਼ਟਪਦੀਆਂ ਘਰ ਤੀਜਾ। ਰਾਗ ਆਸਾ ਹੈ। ਆਸਾ ਰਾਗ ਦੀਆਂ ਅਸ਼ਟਪਦੀਆਂ ਪਹਿਲੇ ਪਾਤਸ਼ਾਹ ਧੰਨ ਗੁਰੂ ਨਾਨਕ ਸਾਹਿਬ ਜੀ ਦੀਆਂ ਉਚਾਰਨ ਕੀਤੀਆਂ ਹੋਈਆਂ ਨੇ, ਔਰ ਇਹਨਾਂ ਅਸ਼ਟਪਦੀਆਂ ਨੂੰ ਤੀਸਰੇ ਘਰ ਸੁਰ ਤਾਲ ਵਿੱਚ ਗਾਇਨ ਕਰਨ ਦਾ ਹੁਕਮ ਹੈ। ਅੱਗੇ ਅਸ਼ਟਪਦੀਆਂ ਦੀ ਆਰੰਭਤਾ ਤੋਂ ਪਹਿਲਾਂ ਮੰਗਲਾਚਰਨ ਕਰਦੇ ਹਨ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਇੱਕ ਅਦੁੱਤੀ ਪਾਰ ਬ੍ਰਹਮ ਪਰਮੇਸ਼ਵਰ ਅਕਾਲ ਪੁਰਖ ਨਿਰੰਕਾਰ। ਓੰਕਾਰ ਜੋ ਸਾਰਿਆਂ ਵਿੱਚ ਵਿਆਪਕ ਔਰ ਸਰਬ ਦਾ ਪ੍ਰਕਾਸ਼ਕ ਹੈ, ਤਿੰਨਾਂ ਕਾਲਾਂ ਵਿੱਚ ਸਤ ਹੈ, ਗੁਰ ਚੇਤਨ ਹੈ, ਪ੍ਰਸਾਦ ਆਨੰਦ ਸਵਰੂਪ ਹੈ। ਉਹਦੀ ਪ੍ਰਾਪਤੀ ਸਤਿਗੁਰਾਂ ਦੀ ਕਿਰਪਾ ਦੁਆਰਾ ਹੁੰਦੀ ਹੈ। ਇਹ ਮੰਗਲਾਚਰਨ ਕਰਕੇ ਮਹਾਰਾਜ ਜੀ ਅਸ਼ਟਪਦੀਆਂ ਦੀ ਸ਼ਬਦ ਦੀ ਆਰੰਭਤਾ ਕਰਦੇ ਹਨ। ਜਿਨ ਸਿਰ ਸੋਹਨ ਪੱਟੀਆਂ
ਮੰਗੀ ਪਾਏ ਸੰਧੂਰ। ਸੈਂਕੜਿਆਂ ਦੀਆਂ ਗਿਣਤੀਆਂ ਵਿੱਚ ਅਨੇਕਾਂ ਔਰਤਾਂ, ਪਠਾਣਾਂ ਤੇ ਤੁਰਕਣੀਆਂ ਤੇ ਉਹਨਾਂ ਤੋਂ ਇਲਾਵਾ ਅਨੇਕਾਂ ਹਿੰਦਵਾਣੀਆਂ ਜਿਹੜੀਆਂ ਉੱਥੇ ਕੈਦ ਕੀਤੀਆਂ ਹੋਈਆਂ ਸਨ, ਉਹਨਾਂ ਦੀ ਦਸ਼ਾ ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਵੇਖੀ ਹੈ ਤੇ ਉਚਾਰਨ ਕਰਕੇ ਸ਼ਬਦ ਉਚਾਰਦਿਆਂ ਕਹਿੰਦੇ ਨੇ, ਜਿਨ ਸਿਰ ਸੋਹਨ ਪੱਟੀਆਂ, ਕਿ ਜਿਨ੍ਹਾਂ ਇਸਤਰੀਆਂ ਦੇ ਸਿਰਾਂ ਤੇ ਮੀਂਡੀਆਂ ਗੁੰਦੀਆਂ ਹੁੰਦੀਆਂ ਸਨ। ਪੱਟੀਆਂ ਕਹਿੰਦੇ ਨੇ ਮੀਂਡੀਆਂ ਗੁੰਨਣੀਆਂ, ਕੇਸ ਗੁੰਨੇ ਹੋਣੇ। ਕਹਿੰਦੇ ਪੱਟੀਆਂ ਬਣਾ ਕੇ ਸਿਰ ਗੁੰਨਿਆ ਹੁੰਦਾ ਸੀ ਔਰ ਮਾਂਗਾਂ ਵਿੱਚ ਸੰਧੂਰ ਪਾਇਆ ਹੋਇਆ ਸੀ ਤੇ ਸੰਧੂਰ ਨਾਲ ਮਾਂਗਾਂ ਭਰੀਆਂ ਹੋਈਆਂ ਸਨ। ਸੇ ਸਿਰ ਕਾਤੀ ਮੁੰਨੀਅਨ, ਗਲ ਵਿੱਚ ਆਵੇ ਧੂੜ। ਉਹਨਾਂ ਸਿਰ ਦੇ ਕੇਸਾਂ ਨੂੰ ਇਹਨਾਂ ਮੁਗਲਾਂ ਨੇ ਕਾਤੀ ਕਹਿੰਦੇ ਆ ਕੈਂਚੀ ਨੂੰ, ਕਾਤੀ ਦੇ ਨਾਲ, ਕੈਂਚੀ ਦੇ ਨਾਲ ਉਹਨਾਂ ਦੇ ਸਿਰਾਂ ਦੇ ਕੇਸ ਕੱਟ ਕੇ ਰੱਖ ਦਿੱਤੇ ਆ। ਕਿਉਂ ਕੱਟ ਦਿੱਤੇ ਆ? ਕਿਉਂਕਿ ਕੇਸਾਂ ਦੇ ਵਿੱਚ ਉਹਨਾਂ ਨੇ ਕਈ ਪ੍ਰਕਾਰ ਦੇ ਸੋਨੇ ਦੇ ਆਭੂਸ਼ਣ ਪਾਏ ਹੋਏ ਸੀ। ਜਦੋਂ ਕੱਟ ਕੇ ਕਹਿੰਦੇ ਸਮੇਤ ਕੇਸਾਂ ਦੇ, ਉਹਨਾਂ ਸਿਰਾਂ ਦੇ ਜਿਹੜੇ ਸੱਗੀ ਫੌਲਾਦਕ, ਜਿਹੜੇ ਅਨੇਕ ਪ੍ਰਕਾਰ ਦੇ ਕੇਸਾਂ 'ਚ ਲਾਉਣ ਵਾਲੇ ਗਹਿਣੇ ਹੁੰਦੇ ਐ, ਉਹ ਖੋਹਣ ਵਾਸਤੇ ਉਹਨਾਂ ਦੇ ਕੇਸ ਕੱਟ ਕੇ ਰੱਖ ਦਿੱਤੇ ਹਨ। ਔਰ ਉਹਨਾਂ ਦੇ ਸਿਰਾਂ ਵਿੱਚ ਬੁੱਕ ਭਰ ਭਰ ਕੇ ਮਿੱਟੀ ਦੀ ਪਾਈ ਹੋਈ ਹੈ। ਜਿੱਥੇ ਪਹਿਲਾਂ ਮਾਂਗਾਂ 'ਚ ਸੰਧੂਰ ਪਾਏ ਹੋਏ ਸਨ, ਉਹਨਾਂ ਸਿਰਾਂ ਦੇ ਵਿੱਚ ਮਿੱਟੀ ਤੇ ਖੇ ਪਈ ਹੋਈ ਹੈ। ਮਹਿਲਾ ਅੰਦਰ ਹੋਦੀਆਂ, ਹੁਣ ਬਹਿਣ ਨਾ ਮਿਲਨੇ ਹਦੂਰ। ਜਿਹੜੀਆਂ ਇਸਤਰੀਆਂ ਕਿਸੇ ਸਮੇਂ ਆਪਣਿਆਂ ਸੋਹਣਿਆਂ ਮਹਿਲਾਂ ਵਿੱਚ ਰਹਿੰਦੀਆਂ ਸਨ, ਮਹਿਲਾਂ 'ਚੋਂ ਕਦੇ ਬਾਹਰ ਨਹੀਂ ਸਨ ਜਾਂਦੀਆਂ, ਹੁਣ ਉਹਨਾਂ ਨੂੰ ਕਿਤੇ ਸਾਹਮਣੇ ਬੈਠਣਾ ਵੀ ਨਸੀਬ ਨਹੀਂ ਹੋ ਰਿਹਾ। ਆਦੇਸ ਬਾਬਾ ਆਦੇਸ, ਹੇ ਪ੍ਰਭੂ ਤੈਨੂੰ ਮੇਰੀ ਨਮਸਕਾਰ ਹੈ। ਹੇ ਅਕਾਲ ਪੁਰਖ ਤੈਨੂੰ ਮੇਰੀ ਨਮਾਮ ਹੈ, ਬੰਦਨਾ ਹੈ। ਆਦ ਪੁਰਖ ਤੇਰਾ ਅੰਤ ਨਾ ਪਾਇਆ, ਕਰ ਕਰ ਦੇਖੈ ਵੇਸ। ਇਹ ਆਦ ਪੁਰਖ ਸਾਰੇ ਸੰਸਾਰ ਦੇ ਮੂਲ ਪ੍ਰਾਰੰਭ ਅਕਾਲ ਪੁਰਖ ਵਾਹਿਗੁਰੂ, ਤੇਰਾ ਅੰਤ ਨਹੀਂ ਪਾਇਆ ਜਾਂਦਾ ਔਰ ਤੂੰ ਇਹ ਸਾਰੇ ਵੇਸ ਕਰ ਕਰਕੇ ਵੇਖਣ ਵਾਲਾ, ਇਹ ਸਾਰੀ ਲੀਲਾ ਤੇਰੀ ਰਚੀ ਹੋਈ ਹੈ। ਹੇ ਵਾਹਿਗੁਰੂ, ਇਹ ਸਾਰੀ ਬਣਤਰ, ਇਹ ਸਾਰਾ ਵਰਤਾਰਾ ਤੇਰਾ ਵਰਤਾਇਆ ਹੋਇਆ ਹੈ। ਤੂੰ ਆਪ ਹੀ ਸਾਰੇ ਵੇਸ ਕਰ ਕਰਕੇ ਵੇਖਣ ਵਾਲਾ ਹੈ। ਰਹਾਉ ਜਦੋਂ ਸੀਆਂ ਵੀ ਆਹੀਆਂ, ਲਾੜੇ ਸੋਹਨ ਪਾਸ। ਇਹ ਇਸਤਰੀਆਂ ਜਦੋਂ ਆਪਣੇ ਭਰਤਿਆਂ ਨਾਲ ਵਿਆਹੀਆਂ ਹੋਈਆਂ ਆਈਆਂ ਸਨ, ਇਹਨਾਂ ਦੇ ਲਾੜੇ, ਇਹਨਾਂ ਦੇ ਪਤੀ ਇਹਨਾਂ ਦੇ ਨਾਲ ਸ਼ੋਭਦੇ ਸਨ। ਹੀ ਡੋਲੀ ਚੜ੍ਹ ਆਈਆਂ, ਦੰਦ ਖੰਡ ਕੀਤੇ ਰਾਸ। ਡੋਲੀ ਕਹਿੰਦੇ ਆ ਪਾਲਕੀਆਂ ਨੂੰ, ਡੋਲੀਆਂ ਨੂੰ ਕਹਿੰਦੇ ਵੱਡਿਆਂ ਵੱਡਿਆਂ ਡੋਲਿਆਂ ਤੇ ਪਾਲਕੀਆਂ ਤੇ ਚੜ੍ਹ ਕੇ ਆਈਆਂ ਸਨ ਜਦੋਂ ਆਪਣੇ ਪਤੀਆਂ ਨਾਲ ਵਿਆਹੀਆਂ ਆਈਆਂ। ਹੱਥਾਂ ਦੇ ਵਿੱਚ ਹਾਥੀ ਦੇ ਦੰਦਾਂ ਦੇ ਚੂੜੇ ਬਣਾ ਕੇ ਇਹਨਾਂ ਨੇ ਪਾਏ ਹੋਏ ਸਨ। ਹਾਥੀ ਦੇ ਦੰਦ ਦੇ ਬਣੇ ਚੂੜੇ ਬੜੇ ਕੀਮਤੀ ਹੁੰਦੇ ਐ। ਕਹਿੰਦੇ ਹਾਥੀ ਦੇ ਦੰਦਾਂ ਦੇ ਚੂੜੇ ਬਣੇ ਹੋਏ ਉਹ ਇਹਨਾਂ ਨੇ ਆਪਣੇ ਹੱਥਾਂ ਵਿੱਚ ਪਾਏ ਹੋਏ ਸਨ। ਉੱਪਰੋਂ ਪਾਣੀ ਵਾਰੀਐ, ਚੱਲੇ ਚਿਮਕਨ ਪਾਸ। ਜਦੋਂ ਆਪਣੇ ਪੇਕੇ ਘਰ ਤੋਂ ਡੋਲਿਆਂ ਤੇ ਚੜ੍ਹ ਕੇ ਸਹੁਰੇ ਘਰ ਆਈਆਂ ਤੇ ਅੱਗੋਂ ਇਹਨਾਂ ਦੀਆਂ ਸੱਸਾਂ ਨੇ ਇਹਨਾਂ ਦੇ ਸਿਰਾਂ ਤੋਂ ਪਾਣੀ ਵਾਰ-ਵਾਰ ਪੀਤਾ। ਜਿਨ੍ਹਾਂ ਦੇ ਸਿਰਾਂ ਤੋਂ ਪਾਣੀ ਵਾਰ ਕੇ ਪੀਤਾ ਔਰ ਨਾਲ ਜਿੱਥੇ ਝੱਲੇ ਝਿਮਕਨ ਪਾਸ ਦਾ ਮਤਲਬ ਝੱਲੇ ਕਹਿੰਦੇ ਆ ਪੱਖਿਆਂ ਨੂੰ, ਉਹ ਪੱਖੇ ਜਿਨ੍ਹਾਂ ਪੱਖਿਆਂ ਦੇ ਉੱਤੇ ਬੜੀਆਂ ਬੜੀਆਂ ਸੋਹਣੀਆਂ ਮੀਨਾਕਾਰੀਆਂ ਕੀਤੀਆਂ, ਸ਼ੀਸ਼ੇ ਲੱਗੇ ਹੋਏ, ਉਹਨਾਂ ਵਿੱਚ ਕਢਾਈ ਕੱਢੀ ਹੋਈ, ਉਹ ਜਿਹੜੇ ਜਰੀਦਾਰ ਪੱਖੇ ਸਨ ਉਹ ਨਾਲ ਨਾਲ ਇਹਨਾਂ ਨੂੰ ਝੱਲੇ ਜਾਂਦੇ ਸਨ, ਜਿਨ੍ਹਾਂ ਕੋਲੋਂ ਗਰਮੀ ਬਰਦਾਸ਼ਤ ਨਹੀਂ ਸੀ ਹੁੰਦੀ। 1 ਲੱਖ ਲੈਣ ਬੈਠੀਆਂ, ਲੱਖ ਲੈਣ ਖੜੀਆਂ। ਜਦੋਂ ਆਈਆਂ ਵਿਆਹੀਆਂ ਹੋਈਆਂ ਆਪਣੇ ਸਹੁਰੇ ਘਰ ਤੇ ਸ਼ਗਨ ਦੇ ਵਜੋਂ ਲੱਖ ਲੱਖ ਰੁਪਈਆ ਇਹਨਾਂ ਨੇ ਲਿਆ। ਬੈਠਣ ਦਾ ਲੱਖ ਰੁਪਈਆ ਉੱਠ ਕੇ ਖਲੋਣ ਦਾ, ਕਹਿੰਦੇ ਇੰਨਾ ਤਾਂ ਸ਼ਗਨ ਇਹਨਾਂ ਨੇ ਲਿਆ ਸੀ।
ਵੱਡੀਆਂ ਵੱਡੀਆਂ ਪਠਾਣਾਂ ਸੀ, ਰਾਜਿਆਂ ਬਾਦਸ਼ਾਹਾਂ ਦੇ ਘਰੋਂ ਵਿਆਹੀਆਂ ਹੋਈਆਂ ਆਈਆਂ ਸਨ। ਕਹਿੰਦੇ ਲੱਖ ਬੈਠਣ ਦਾ ਲੱਖ ਖੜਨ ਦਾ ਲੈਂਦੀਆਂ ਸਨ ਸ਼ਗਨ ਵਜੋਂ। ਗਰੀ ਚੁਹਾਰੇ ਖਾਂਦੀਆਂ ਮਾਣਨ ਸੇਜੜੀਆਂ। ਔਰ ਗਰੀਆਂ ਖਾਣੀਆਂ ਬਦਾਮਾਂ ਦੀਆਂ, ਪਿਸਤੇ ਖਾਣੇ, ਅਨੇਕ ਪ੍ਰਕਾਰ ਦੇ ਜਿਹੜੇ ਮੇਵੇ ਹੁੰਦੇ ਐ, ਉਹ ਮੇਵੇ ਕਈ ਪ੍ਰਕਾਰ ਦੇ ਛੁਹਾਰੇ ਆਦਿਕ ਖਾਂਦੀਆਂ ਸਨ। ਸੋਹਣੀਆਂ ਸੇਜਾਂ, ਇਹੋ ਜੀਆਂ ਸੋਹਣੀਆਂ ਜਿਹੜੀਆਂ ਹਾਥੀ ਦੇ ਦੰਦ ਦੀਆਂ ਬਣੀਆਂ ਹੋਈਆਂ, ਉੱਤੇ ਮਖਮਲੀ ਵਿਛਾਉਣੇ ਵਿਛਾਏ ਹੋਏ, ਰੇਸ਼ਮ ਦੀਆਂ ਚਾਦਰਾਂ ਵਿਛਾਈਆਂ ਹੋਈਆਂ, ਰੇਸ਼ਮ ਦੇ ਧਾਗੇ ਨਾਲ ਸੇਜਾਂ ਬੰਦ ਕੀਤੀਆਂ ਹੋਈਆਂ, ਔਰ ਇਹੋ ਜੀਆਂ ਸੋਹਣੀਆਂ ਸੇਜਾਂ ਨੂੰ ਮਾਣਦੀਆਂ ਉਹਨਾਂ ਸੇਜਾਂ ਤੇ ਬਿਰਾਜਦੀਆਂ। ਤਿੰਨ ਗਲ ਸਿਲਕਾਂ ਪਾਈਆਂ ਟੁੱਟਣ ਮੋਤ ਸਰੀਆਂ। ਇਹੋ ਜੀਆਂ ਜਿਹੜੀਆਂ ਇਹ ਪਠਾਣਾਂ ਸਨ ਜਾਂ ਹਿੰਦਵਾਣੀਆਂ ਸਨ। ਕਹਿੰਦੇ ਵੇਖੋ ਪਾਰ ਬ੍ਰਹਮ ਪਰਮੇਸ਼ਰ ਦੀ ਖੇਡ ਕਿਹੋ ਜੀ ਵਰਤੀ ਹੈ। ਹੁਣ ਇਹਨਾਂ ਦੇ ਗਲਾਂ ਦੇ ਵਿੱਚ ਸਿਲਕਾਂ ਰੱਸੀਆਂ ਪਾਈਆਂ ਹੋਈਆਂ ਨੇ, ਗਲਾਂ ਵਿੱਚ ਫਾਈਆਂ ਪਾਈਆਂ ਹੋਈਆਂ ਨੇ, ਔਰ ਇਹਨਾਂ ਦੇ ਗਲਾਂ ਦੀਆਂ ਜਿਹੜੀਆਂ ਮੋਤ ਸਰੀਆਂ, ਮੋਤੀਆਂ ਦੀਆਂ ਜਿਹੜੀਆਂ ਲੜੀਆਂ ਸਰੀਆਂ ਕਹਿੰਦੇ ਨੇ ਲੜੀਆਂ ਨੂੰ, ਜਿਹੜੀਆਂ ਗਲਾਂ ਵਿੱਚ ਮੋਤੀਆਂ ਦੀਆਂ ਲੜੀਆਂ ਪਰੋ ਇਹਨਾਂ ਪਾਈਆਂ ਸਨ, ਉਹ ਸਾਰੀਆਂ ਟੁੱਟ ਗਈਆਂ ਨੇ। ਮੁਗਲਾਂ ਨੇ ਤੋੜ ਕੇ ਇਹਨਾਂ ਦੇ ਗਲਾਂ ਦੀਆਂ ਮੋਤੀਆਂ ਦੀਆਂ ਸਰੀਆਂ ਲੜੀਆਂ ਉਹ ਆਪਣੇ ਕੋਲ ਹਰ ਲਈਆਂ ਨੇ, ਔਰ ਇਹਨਾਂ ਦੇ ਗਲਾਂ ਵਿੱਚ ਰੱਸੀਆਂ ਪਾ ਕੇ ਇਹਨਾਂ ਨੂੰ ਬੰਨ ਲਿਆ। ਧਨ ਜੋਬਨ ਦੋਏ ਵੈਰੀ ਹੋਏ ਜਿਨੀ ਰਖੇ ਰੰਗ ਲਾਏ। ਇਹ ਆਪਣੇ ਧਨ ਤੇ ਜੋਬਨ ਦੇ ਵਿੱਚ ਮਸਤੀਆਂ ਹੋਈਆਂ ਸਨ। ਪਹਿਲਾਂ ਧਨ ਵਿੱਚ ਤੇ ਜਵਾਨੀ ਦੇ ਨਸ਼ੇ ਵਿੱਚ। ਇੱਕ ਧਨ ਦਾ ਨਸ਼ਾ ਸੀ, ਦੂਜਾ ਜਵਾਨੀ ਦਾ ਨਸ਼ਾ ਸੀ। ਉਸ ਨਸ਼ੇ ਦੇ ਵਿੱਚ ਮੱਤੀਆਂ ਹੋਈਆਂ ਕਿਸੇ ਦਰਵਾਜ਼ੇ ਤੇ ਆਏ ਮਹਾਂਪੁਰਖ ਸਾਧੂ ਦੀ ਸੇਵਾ ਨਹੀਂ ਸਨ ਕਰਦੀਆਂ, ਨਾ ਰੱਬ ਰੱਬ ਕਰਦੀਆਂ ਸਨ, ਨਾ ਭਜਨ ਕਰਦੀਆਂ ਸਨ। ਕਹਿੰਦੇ ਉਹੀ ਧਨ ਤੇ ਜੋਬਨ ਜਵਾਨੀ, ਉਹ ਦੋਵੇਂ ਇਹਨਾਂ ਵਾਸਤੇ ਵੈਰੀ ਬਣ ਗਏ। ਧਨ ਵੀ ਕਿਉਂਕਿ ਧਨ ਖੋਇਆ ਜਾ ਰਿਹਾ ਸੀ ਮੁਗਲਾਂ ਕੋਲੋਂ, ਤੇ ਜੋਬਨ ਜਵਾਨੀ ਵੀ ਇਹਨਾਂ ਦਾ ਸੁਹੱਪਣ ਹੀ ਇਹਨਾਂ ਵਾਸਤੇ ਵੈਰੀ ਬਣ ਗਿਆ। ਅਨੇਕਾਂ ਇਸਤਰੀਆਂ ਦੀ ਆਬਰੂ ਇਹਨਾਂ ਮੁਗਲਾਂ ਨੇ ਰੋਲ ਕੇ ਰੱਖ ਦਿੱਤੀ। ਦੂਤਾਂ ਨੂੰ ਫੁਰਮਾਇਆ ਲੈ ਚੱਲੇ ਪਤ ਗਵਾਏ। ਮੁਗਲਾਂ ਨੇ ਆਪਣਿਆਂ ਦੂਤਾਂ ਨੂੰ, ਆਪਣਿਆਂ ਨੌਕਰਾਂ ਨੂੰ ਹੁਕਮ ਕਰਕੇ ਜਿਹੜੀਆਂ ਧਨਵਾਨ ਇਸਤਰੀਆਂ ਸਨ, ਇਹਨਾਂ ਦੇ ਗਹਿਣੇ ਆਭੂਸ਼ਣ ਖੋਏ, ਇਹਨਾਂ ਨੂੰ ਬੇਆਬਰੂ ਕਰਕੇ ਪਕੜ ਕੇ ਲੈ ਕੇ ਚਲੇ ਗਏ। ਜੇ ਤਿਸ ਭਾਵੈ ਦੇ ਵਡਿਆਈ, ਜੇ ਭਾਵੈ ਦੇ ਸਜਾਏ। ਕਹਿੰਦੇ ਸਾਰੀ ਖੇਡ ਪਰਮੇਸ਼ਰ ਦੇ ਹੱਥ ਵਿੱਚ ਹੈ। ਜੇ ਉਹਨੂੰ ਭਾਵੇ ਤੇ ਉਹ ਵਡਿਆਈਆਂ ਬਖਸ਼ਦਾ, ਦੇਰੀ ਨਹੀਂ ਲਾਉਂਦਾ, ਤੇ ਉਹਦੀਆਂ ਵਡਿਆਈਆਂ ਪ੍ਰਾਪਤ ਕਰਕੇ ਜਿਹੜਾ ਹੰਕਾਰਿਆ ਜਾਏ, ਭ੍ਰਸ਼ਟਿਆ ਜਾਏ, ਤੇ ਫਿਰ ਉਸ ਭ੍ਰਸ਼ਟੇ ਹੋਏ ਨੂੰ ਪਰਮੇਸ਼ਰ ਸਜ਼ਾ ਦੇਂਦਿਆਂ ਵੀ ਦੇਰੀ ਨਹੀਂ ਲਾਉਂਦਾ। ਉਹਨੂੰ ਭਾਵੇ ਤੇ ਸਜ਼ਾ ਵੀ ਝੱਟ ਦੇ ਦਿੰਦਾ ਹੈ, ਉਹਨੂੰ ਭਾਵੇ ਤੇ ਝੱਟ ਦੇ ਵਿੱਚ ਕਿਸੇ ਨੀਵੇਂ ਨੂੰ ਤਰਸ ਕਰਕੇ ਵਡਿਆਈਆਂ ਦੇ ਕੇ ਨਿਵਾਜਦਾ ਹੈ। ਅੱਗੋਂ ਦੇ ਜੇ ਚੇਤੀਐ ਤਾਂ ਕਾਇਤ ਮਿਲੇ ਸਜਾਏ। ਮਹਾਰਾਜ ਜੀ ਫਰਮਾਉਂਦੇ ਐ, ਕਹਿੰਦੇ ਜੇ ਕਿਤੇ ਪਹਿਲਾਂ ਇਹਨਾਂ ਨੇ ਰੱਬ ਰੱਬ ਕੀਤਾ ਹੁੰਦਾ, ਪਰਮੇਸ਼ਰ ਦਾ ਭਜਨ ਕੀਤਾ ਹੁੰਦਾ, ਤੇ ਸਜ਼ਾ ਇਹਨਾਂ ਨੂੰ ਕਾਹਨੂੰ ਮਿਲਦੀ। ਇਹ ਸਜ਼ਾ ਇਹਨਾਂ ਦੇ ਮਾੜੇ ਕਰਮਾਂ ਕਰਕੇ ਇਹਨਾਂ ਨੂੰ ਮਿਲੀ ਹੈ। ਜੇ ਰੱਬ ਰੱਬ ਕੀਤਾ ਹੁੰਦਾ, ਪਰਮੇਸ਼ਰ ਦਾ ਭਜਨ ਕੀਤਾ ਹੁੰਦਾ, ਬੰਦਗੀ ਕੀਤੀ ਹੁੰਦੀ, ਤੇ ਫਿਰ ਇਹ ਸਜ਼ਾ ਇਹਨਾਂ ਨੂੰ ਕਾਹਨੂੰ ਮਿਲਦੀ ਜੇ ਪਹਿਲਾਂ ਹੀ ਸੁਚੇਤ ਹੁੰਦੀਆਂ। ਸਾਹਾ ਸੁਰਤ ਗਵਾਈਆਂ ਰੰਗ ਤਮਾਸੇ ਚਾਏ। ਸਾਹਾ ਜਿਹੜੇ ਵੱਡੇ ਵੱਡੇ ਸ਼ਾਹੂਕਾਰ ਸਨ ਇਸ ਨਗਰ ਦੇ ਵਿੱਚ, ਉਹਨਾਂ ਸ਼ਾਹਾਂ ਨੇ ਰੱਬ ਦਾ ਧਿਆਨ ਹੀ ਹਿਰਦੇ ਚ ਵਸਾਰਿਆ ਹੋਇਆ ਸੀ। ਸੰਸਾਰ ਦੇ ਜਿਹੜੇ ਰੰਗ ਤਮਾਸ਼ੇ ਨੇ, ਉਹਨਾਂ ਰੰਗਾਂ ਤਮਾਸ਼ਿਆਂ ਨੂੰ ਚਾਅ ਨਾਲ ਵੇਖ ਕੇ ਉਹਨਾਂ ਵਿੱਚ ਇਹੋ ਜਿਹੇ ਖਚਤ ਹੋਏ ਪਏ ਸੀ ਇਹ ਸ਼ਾਹ, ਵੱਡੇ ਵੱਡੇ ਪਠਾਨ, ਕਿ ਜਿਨ੍ਹਾਂ ਨੂੰ ਰੱਬ ਭੁੱਲਿਆ ਹੋਇਆ ਸੀ, ਜਿਨ੍ਹਾਂ ਨੇ ਵਾਹਿਗੁਰੂ ਪਰਮੇਸ਼ਰ ਨੂੰ ਆਪਣੀ ਸੁਰਤ ਚੋਂ ਗਿਆਤ ਚੋਂ ਭੁਲਾਇਆ ਹੋਇਆ ਸੀ। ਬਾਬਰ ਵਾਣੀ ਫਿਰ ਗਈ ਕੋਇਰ ਨਾ ਰੋਟੀ ਖਾਏ। ਕਹਿੰਦੇ ਜਦੋਂ ਬਾਬਰ ਦਾ ਹੁਕਮ ਵਰਤ ਗਿਆ ਨਾ ਸਾਰੇ ਪਾਸੇ ਇਮਨਾਬਾਦ ਵਿੱਚ, ਤੇ ਜਿਹੜੇ ਵੱਡੇ ਵੱਡੇ ਕੋਇਰ ਸੀ ਨਾ ਇਹਨਾਂ ਦੇ ਰਾਜਕੁਮਾਰ,
ਉਹ ਬਾਬਰ ਬਾਣੀ ਤੋਂ ਡਰਦੇ ਹੋਏ ਉਹ ਹੁਣ ਰੋਟੀ ਨਹੀਂ ਖਾਂਦੇ, ਰੋਟੀ ਦੀਆਂ ਗਰਾਹੀਆਂ ਉਹਨਾਂ ਦੇ ਅੰਦਰ ਨਹੀਂ ਨਿਗਲੀਆਂ ਜਾਂਦੀਆਂ। ਇਕ ਨਾ ਵਕਤ ਖੁਆਈਏ ਇਕ ਨਾ ਪੂਜਾ ਜਾਏ। ਕਹਿੰਦੇ ਜਦੋਂ ਪਹਿਲੋਂ ਇਹਨਾਂ ਨੂੰ ਕਿਹਾ ਜਾਂਦਾ ਸੀ ਉਹ ਰੱਬ ਦੀ ਪੂਜਾ ਕਰ ਲੋ, ਕੋਈ ਪੜ੍ਹ ਲੋ ਨਮਾਜ਼ਾਂ, ਪਰਮੇਸ਼ਰ ਨੂੰ ਯਾਦ ਕਰ ਲੋ, ਕਹਿੰਦੇ ਉਦੋਂ ਨਹੀਂ ਸਨ ਕਰਦੇ। ਤੇ ਹੁਣ ਕਹਿੰਦੇ ਇਹਨਾਂ ਨੂੰ ਇੱਕ ਨਾ ਦਾ ਨਮਾਜ਼ ਦਾ ਵਕਤ ਖੁੰਝਦਾ ਚਲਿਆ ਜਾ ਰਿਹਾ ਤੇ ਨਮਾਜ਼ ਪੜ੍ਹਨੀ ਨਸੀਬ ਨਹੀਂ ਹੁੰਦੀ। ਤੇ ਇੱਕ ਨਾ ਨੂੰ ਯਾਨੀ ਕਿ ਜਿਹੜੇ ਹਿੰਦੂ ਨੇ ਉਹਨਾਂ ਨੂੰ ਪੂਜਾ ਕਰਨ ਦਾ ਵੇਲਾ ਪ੍ਰਾਪਤ ਨਹੀਂ ਹੋ ਰਿਹਾ। ਚੌਕੇ ਵਿਣ ਹਿੰਦਵਾਣੀਆਂ ਕਿਉਂ ਟਿੱਕੇ ਕੱਢੇ ਨਾਏ। ਕਹਿੰਦੇ ਚੌਂਕੇ ਤੋਂ ਬਿਨਾਂ ਜਿਹੜੀਆਂ ਨਾਤੇ ਬਿਨਾਂ ਚੌਂਕਾ ਤਿਆਰ ਨਹੀਂ ਸਨ ਕਰਦੀਆਂ ਤੇ ਹੁਣ ਉਹਨਾਂ ਵਿੱਚੋਂ ਹਿੰਦਵਾਣੀਆਂ ਕਿਹੜੀਆਂ ਕਿਸੇ ਦੇ ਮੱਥੇ ਤੇ ਟਿੱਕੇ ਕੱਢਣ। ਕਿਵੇਂ ਚੌਂਕੇ ਦੇ ਵਿੱਚ ਬਹਿ ਕੇ ਪ੍ਰਸ਼ਾਦਾ ਆਦਿਕ ਪਕਾਉਣ, ਇਹੋ ਜੀ ਦੁਰਦਸ਼ਾ ਨੂੰ ਪ੍ਰਾਪਤ ਹੋ ਰਹੀਆਂ ਹਨ। ਰਾਮ ਨ ਕਬਉ ਚੇਤਿਓ ਹੁਣ ਕਹਿਣ ਨਾ ਮਿਲੇ ਖੁਦਾਏ। ਜਦੋਂ ਇਹਨਾਂ ਕੋਲ ਸਾਰੇ ਸੁੱਖ ਸੀ ਉਦੋਂ ਕਦੇ ਇਹਨਾਂ ਨੂੰ ਪਰਮੇਸ਼ਰ ਦਾ ਨਾਮ ਚੇਤੇ ਨਹੀਂ ਸੀ ਆਇਆ, ਕਦੇ ਰਾਮ ਨੂੰ ਯਾਦ ਨਹੀਂ ਸੀ ਕੀਤਾ। ਤੇ ਹੁਣ ਖੁਦਾ ਦਾ ਵਾਸਤਾ ਪਾਉਂਦੀਆਂ ਨੇ। ਹੁਣ ਇਹ ਖੁਦਾ ਦਾ ਵਾਸਤਾ ਪਾਉਂਦੇ ਐ ਤੇ ਕਹਿੰਦੇ ਹੁਣ ਉਹ ਖੁਦਾ ਦਾ ਨਾਂ ਕਹਿਣਾ ਵੀ ਇਹਨਾਂ ਨੂੰ ਨਸੀਬ ਨਹੀਂ ਪਿਆ ਹੁੰਦਾ। ਖੁਦਾ ਦੇ ਨਾਂ ਦਾ ਵਾਸਤਾ ਪਾਉਂਦੇ, ਹੁਣ ਖੁਦਾ ਕਹਿਣਾ ਵੀ ਉਹ ਸੁਣਦੇ ਹੀ ਨਹੀਂ ਅਗਲੇ। ਉਹ ਕਹਿੰਦੇ ਖਬਰਦਾਰ ਜੇ ਖੁਦਾ ਦਾ ਨਾਂ ਲਿਆ ਤਾਂ। ਕਹਿੰਦੇ ਇਹੋ ਜੀ ਹਾਲਤ ਇਹਨਾਂ ਲੋਕਾਂ ਦੀ ਹੋ ਰਹੀ ਹੈ। ਜਦੋਂ ਰੱਬ ਦਾ ਚਿੰਤਨ ਕਰਨ ਦਾ ਵੇਲਾ ਸੀ ਉਦੋਂ ਰੱਬ ਨੂੰ ਚੇਤੇ ਨਹੀਂ ਕੀਤਾ, ਹੁਣ ਖੁਦਾ ਕਹਿਣਾ ਵੀ ਨਸੀਬ ਨਹੀਂ ਹੋ ਰਿਹਾ। ਇੱਕ ਘਰ ਆਵੇ ਆਪਣੇ ਇੱਕ ਮਿਲ ਮਿਲ ਪੁੱਛੇ ਸੁੱਖ। ਇੱਕ ਮਿਲ ਮਿਲ ਕੇ ਘਰਾਂ ਵਿੱਚ ਆਉਂਦੇ ਤੇ ਇੱਕ ਦੂਜੇ ਨੂੰ ਸੁੱਖ ਪੁੱਛਦੇ, ਹਾਂ ਭਾਈ ਤੂੰ ਦੱਸ ਤੇਰੇ ਘਰ ਦਾ ਕੀ ਹਾਲ ਹੈ। ਉਹ ਕਹਿੰਦਾ ਤੂੰ ਦੱਸ ਤੇਰੇ ਘਰ ਦਾ ਕੀ ਹਾਲ ਹੈ। ਕਹਿੰਦੇ ਏਦਾਂ ਇੱਕ ਦੂਜੇ ਨੂੰ ਮਿਲ ਮਿਲ ਕੇ ਪੁੱਛਦੇ ਹਨ। ਇੱਕ ਨਾ ਇਹੋ ਲਿਖਿਆ ਬੈ ਬੈ ਰੋਵੇ ਦੁੱਖ। ਇਹਨਾਂ ਦੇ ਭਾਗਾਂ ਵਿੱਚ ਇਹ ਲਿਖਿਆ ਹੋਇਆ ਵੀ ਉਹ ਬਹਿ ਬਹਿ ਕੇ ਆਪਣੇ ਦੁੱਖ ਹੀ ਰੋਂਦੇ ਹਨ। ਜੋ ਤਿਸ ਭਾਵੈ ਸੋ ਥੀਐ ਨਾਨਕ ਕਿਆ ਮਨੁੱਖ। ਅਖੀਰਲੀ ਪੰਕਤੀ ਵਿੱਚ ਜਗਤ ਗੁਰੂ ਨਾਨਕ ਸਾਹਿਬ ਫਰਮਾਉਂਦੇ ਆ, ਜੋ ਤਿਸ ਪਰਮੇਸ਼ਰ ਨੂੰ ਭਾਉਂਦਾ ਉਹੀ ਹੁੰਦਾ ਹੈ, ਇਸ ਮਨੁੱਖ ਦੇ ਹੱਥ 'ਚ ਕੁਝ ਨਹੀਂ। ਨਾਨਕ ਕਿਆ ਮਨੁੱਖ, ਇਸ ਬੰਦੇ ਦੇ ਹੱਥ ਵਿੱਚ, ਮਨੁੱਖ ਦੇ ਹੱਥ ਵਿੱਚ ਕੁਝ ਨਹੀਂ। ਜੋ ਤਿਸ ਨਿਰੰਕਾਰ ਅਕਾਲ ਪੁਰਖ ਪਰਮੇਸ਼ਰ ਨੂੰ ਭਾਉਂਦਾ ਉਹੀ ਵਰਤਾਰਾ ਵਰਤ ਰਿਹਾ ਤੇ ਉਹ ਵਰਤਾਰਾ ਵਰਤਾਉਂਦਾ ਜੋ ਜੀਵਾਂ ਦੇ ਜੈਸੇ ਕਰਮ ਨੇ। ਜੀਵਾਂ ਦੇ ਕੀਤੇ ਕਰਮਾਂ ਦੇ ਮੁਤਾਬਕ ਪਰਮੇਸ਼ਰ ਜੀਵਾਂ ਨੂੰ ਕਰਮ ਭੋਗਾਉਂਦਾ ਹੈ। ਜੋ ਪਈ ਸੁਨ ਕਰ ਬਾਬਰ ਖਰਾ ਅਗਾਰੀ। ਜਦੋਂ ਸਤਿਗੁਰੂ ਜੀ ਨੇ ਸ਼ਬਦ ਉਚਾਰਨ ਕੀਤਾ ਸੁਣ ਕੇ ਬਾਬਰ ਮਹਾਰਾਜ ਜੀ ਦੇ ਸਾਹਮਣੇ ਖਲੋ ਗਿਆ। ਹੱਥ ਬੰਦ ਕੇ ਗਿਰਾ ਉਚਾਰੀ। ਹੱਥ ਜੋੜ ਕੇ ਸਤਿਗੁਰੂ ਸੱਚੇ ਪਾਤਸ਼ਾਹ ਨੂੰ ਬੜੇ ਸਨਿਮਰ ਭਾਵ ਨਾਲ ਬਾਬਰ ਬੇਨਤੀ ਕਰਦਾ ਹੈ। ਅਰਥ ਸਮੇਤ ਸੁਨਾਵੋ ਮੋਹੀ। ਮਹਾਰਾਜ ਆਪ ਜੀ ਨੇ ਜੋ ਸ਼ਬਦ ਉਚਾਰਿਆ ਮੈਨੂੰ ਇਹਦੀ ਸਮਝ ਨਹੀਂ ਆਈ। ਆਪ ਜੀ ਕਿਰਪਾ ਕਰਕੇ ਇਸ ਸ਼ਬਦ ਦੇ ਅਰਥ ਵੀ ਸਰਵਣ ਕਰਵਾਓ। ਰਾਵਰ ਕੈਨ ਕਾਏ ਪਰ ਹੋਈ। ਆਪ ਜੀ ਦਾ ਜਿਹੜਾ ਇਹ ਸ਼ਬਦ ਹੈ ਕਿਸ ਪਰਥਾਏ ਹੈ, ਕਿਸ ਪਰਥਾਏ ਆਪ ਜੀ ਨੇ ਸ਼ਬਦ ਉਚਾਰਨ ਕੀਤਾ ਹੈ। ਸੁਨ ਬਾਬਰ ਇਹ ਹਤੇ ਪਠਾਨਾ। ਸੁਣ ਕੇ ਸਤਿਗੁਰੂ ਸੱਚੇ ਪਾਤਸ਼ਾਹ ਕਹਿਣ ਲੱਗੇ, ਬਾਬਰ ਤੂੰ ਜਾਬਰ ਬਣ ਕੇ ਜਬਰ ਕੀਤਾ, ਅਸੀਂ ਉਹਦਾ ਵਰਣਨ ਕੀਤਾ ਹੈ। ਤੂੰ ਬਾਬਰ ਹੈ, ਜਾਬਰ ਬਣ ਕੇ ਜਬਰ ਕੀਤਾ ਹੈ, ਅਸੀਂ ਉਹਦਾ ਵਰਣਨ ਕੀਤਾ ਹੈ। ਤੇਰੇ ਮੁਗਲਾਂ ਨੇ ਜਿਵੇਂ ਨਾ ਪਠਾਣਾ ਨੂੰ ਹੱਤਿਆ ਮਾਰਿਆ ਹੈ। ਲੂਟਿਓ ਸਗਰੋ ਨਗਰ ਮਹਾਨਾ। ਏਡਾ ਵੱਡਾ ਨਗਰ ਸੀ ਏਮਨਾਬਾਦ, ਤੂੰ ਇਹ ਸਾਰਾ ਨਗਰ ਲੁੱਟ ਲਿਆ, ਇਹ ਸਾਰਾ ਨਗਰ ਉਜਾੜ ਦਿੱਤਾ। ਸਭ ਹਿਨ ਕੀ ਨਾਰੀ ਗਹਿਲੀਨੀ। ਇੱਥੇ ਹੀ ਬਸ ਨਹੀਂ, ਤੇਰਿਆਂ ਮੁਗਲਾਂ ਨੇ ਪਠਾਣਾ ਨੂੰ ਮਾਰ ਕੇ ਉਹਨਾਂ ਦੀਆਂ ਘਰ ਵਾਲੀਆਂ, ਜਿਹੜੇ ਹਿੰਦੂ ਮਾਰੇ ਨੇ ਉਹਨਾਂ ਦੀਆਂ ਹਿੰਦਵਾਣੀਆਂ,
ਉਹ ਸਾਰੀਆਂ ਪਕੜ ਕੇ ਗ੍ਰਿਫਤਾਰ ਕੀਤੀਆਂ ਹੋਈਆਂ ਨੇ। ਦਲ ਮੈਂ ਆਨ ਕੈਦ ਕਰ ਦੀਨੀ, ਔਰ ਆਪਣੇ ਦਲ ਵਿੱਚ ਲਿਆ ਕੇ, ਫੌਜ 'ਚ ਲਿਆ ਕੇ ਉਹਨਾਂ ਸਾਰੀਆਂ ਇਸਤਰੀਆਂ ਨੂੰ ਕੈਦ ਕੀਤਾ ਹੋਇਆ ਹੈ। ਕਸ਼ਟ ਸਮਾਂ ਅਬ ਤਿਨ ਪਰ ਆਇਓ, ਉਹਨਾਂ ਇਸਤਰੀਆਂ ਦੇ ਉੱਤੇ ਬੜਾ ਕਸ਼ਟਨੁਮਾ ਸਮਾਂ ਆਇਆ ਹੋਇਆ, ਬੜਾ ਭਿਆਨਕ ਦੁਖਦਾਈ ਸਮਾਂ ਆਇਆ ਹੋਇਆ ਹੈ। ਦੇਖ ਦਸ਼ਾ ਅਸ ਸ਼ਬਦੇ ਅਲਾਇਓ, ਉਹਦੀ ਇਹੋ ਜੀ ਦੁਖਦਾਈ ਦਸ਼ਾ ਵੇਖ ਕੇ ਅਸੀਂ ਇਹ ਪਾਵਨ ਸ਼ਬਦ ਉਚਾਰਨ ਕੀਤਾ ਹੈ। ਜਿਨ ਕੈ ਸਿਰ ਪਰ ਪਾਟੀ ਸੋਹੈ, ਸੋਹਣੇ ਸ਼ਬਦ ਦੇ ਅਰਥ ਉਹ ਇਸਤਰੀਆਂ ਜਿਨ੍ਹਾਂ ਦੇ ਸਿਰਾਂ ਤੇ ਪੱਟੀਆਂ ਸੋਭਦੀਆਂ ਮਹਿੰਦੀਆਂ ਗੁੰਨੀਆਂ ਹੋਈਆਂ ਸਨ। ਮੰਗ ਸੰਦੂਰ ਪਾਏ ਮਨ ਮੋਹੈ, ਜਿਨ੍ਹਾਂ ਨੇ ਆਪਣੀਆਂ ਮੰਗਾਂ 'ਚ ਸੰਧੂਰ ਪਾ ਕੇ ਆਪਣੇ ਪਤੀਆਂ ਨੂੰ ਮੋਹਿਆ ਹੋਇਆ ਸੀ। ਸੋਅਤ ਸਿਰੇਤ ਭੂਖਨ ਰੂਰਨ, ਜਿਨ੍ਹਾਂ ਦੇ ਸਿਰਾਂ ਤੇ ਸੋਹਣੇ ਗਹਿਣੇ ਸੋਭਦੇ ਸਨ। ਕਈ ਪ੍ਰਕਾਰ ਦੇ ਸਿਰਾਂ ਵਾਲੇ ਜਿਹੜੇ ਕੇਸਾਂ 'ਚ ਲਾਉਣ ਵਾਲੇ ਆਭੂਸ਼ਣ ਗਹਿਣੇ ਨੇ, ਟਿੱਕੇ ਆਦਿਕ ਨੇ, ਮਾਂਗ 'ਚ ਲੱਖਣ ਵਾਲੇ ਸੱਗੀ ਫੁੱਲ ਆਦਿਕ ਨੇ, ਉਹ ਸਾਰੇ ਜਿਹੜੇ ਸੋਭਦੇ ਸਨ। ਸੰਗ ਕਤਰਨੀ ਕਤਰੈ ਤੂਰਨ, ਕਤਰਨੀਆਂ ਲੈ ਕੇ, ਕੈਂਚੀਆਂ ਲੈ ਕੇ ਉਹਨਾਂ ਇਸਤਰੀਆਂ ਦੇ ਕੇਸਾਂ ਸਮੇਤ ਉਹਨਾਂ ਗਹਿਣਿਆਂ ਨੂੰ ਕੱਟ ਲਿਆ ਤੇਰਿਆਂ ਮੁਗਲਾਂ ਨੇ। ਪਾਏ ਬਦਨ ਮੈਂ ਭਸਮ ਬਹੋਰੀ, ਔਰ ਉਹਨਾਂ ਦੇ ਚਿਹਰੇ ਤੇ ਸਵਾਹ ਮਲੀ ਹੈ, ਉਹਨਾਂ ਦੇ ਸਿਰ ਵਿੱਚ ਮਿੱਟੀ ਦਾ ਘੱਟਾ ਪਾਇਆ ਹੈ। ਕਹੇ ਬਤਾਵੋ ਮਾਇਆ ਓਰੀ, ਔਰ ਉਹਨਾਂ ਨੂੰ ਕੁੱਟਦੇ ਆ, ਮਾਰਦੇ ਆ ਤੇ ਪੁੱਛਦੇ ਆ ਤੇਰੇ ਸਿਪਾਹੀ ਦੱਸੋ ਹੋਰ ਪੈਸਾ ਕਿੱਥੇ ਹੈ, ਹੋਰ ਗਹਿਣੇ ਤੁਹਾਡੇ ਕਿੱਥੇ ਨੇ, ਕਿੱਥੇ ਰੱਖਿਆ ਧਨ ਤੁਸੀਂ ਆਪਣੇ ਘਰਾਂ 'ਚ ਲੁਕੋ ਕੇ। ਉਹਨਾਂ ਨੂੰ ਮਾਰ-ਮਾਰ ਕੇ ਪੁੱਛਦੇ ਹਨ। ਜੈ ਮੁਖ ਨਾਨਾ ਬਿੰਜਨ ਖਾਇਓ, ਉਹ ਇਸਤਰੀਆਂ ਤੇ ਪੁਰਖ ਜਿਹੜੇ ਆਪਣੇ ਮੂੰਹ ਨਾਲ ਨਾਨਾ ਪ੍ਰਕਾਰ ਦੇ ਬਿੰਜਨਾਦ, ਮੇਵੇ, ਬਦਾਮ, ਗਿਰੀਆਂ, ਛੁਹਾਰੇ ਖਾਣ ਵਾਲੇ ਸਨ। ਸ਼੍ਰੀ ਕਰਤਾਰ ਨਾ ਨਾਮ ਅਲਾਇਓ, ਜਿਹੜੇ ਕਦੇ ਰੱਬ ਦਾ ਨਾਂ ਨਹੀਂ ਸੀ ਲੈਂਦੇ, ਇਹੋ ਜਿਹੇ ਖਾਣੇ ਖਾ ਕੇ ਵੀ ਕਦੇ ਪਰਮੇਸ਼ਰ ਦਾ, ਕਰਤਾਰ ਦਾ ਭਜਨ ਨਹੀਂ ਸਨ ਕਰਦੇ। ਤੈ ਮੁਖ ਵਿਸ਼ਟਾ ਬਾਂਦੇ ਸੋ, ਉਹਨਾਂ ਦੇ ਮੂੰਹ ਤੇ ਵਿਸ਼ਟਾ ਬੰਨ ਦਿੱਤੀ ਗਈ ਹੈ। ਉਹਨਾਂ ਦੇ ਮੂੰਹ ਤੇ ਗੰਦਗੀ ਦਾ ਤੋਬਰਾ ਚੜਾ ਕੇ ਉਹਨਾਂ ਨੂੰ ਤੰਗ ਕੀਤਾ ਜਾ ਰਿਹਾ ਹੈ। ਕਹੇ ਦਿਓ ਤਨ ਗਾਡਿਓ ਜੋ, ਔਰ ਉਹਨਾਂ ਨੂੰ ਸਜ਼ਾ ਦੇ ਕੇ ਕਹਿੰਦੇ ਆ ਦੱਸੋ ਧਨ ਜਿਹੜਾ ਜ਼ਮੀਨ 'ਚ ਗੱਡਿਆ ਹੋਇਆ ਕਿੱਥੇ ਹੈ, ਕਿਹੜੇ ਕੋਨੇ ਵਿੱਚ ਗੱਡਿਆ, ਕਿੱਥੇ ਗੱਡਿਆ ਹੋਇਆ, ਘਰ ਵਿੱਚ ਦੱਸੋ। ਮੰਦਰ ਸੁੰਦਰ ਮੈਂ ਦਿਨ ਰਹਿਣਾ, ਜਿਹੜੇ ਸੋਹਣੇ ਸੋਹਣੇ ਮੰਦਰਾਂ 'ਚ ਰਹਿਣ ਵਾਲੀਆਂ ਇਸਤਰੀਆਂ ਸਨ, ਹੋਰ ਜਿਹੜੇ ਮੁਗਲ ਪਠਾਨ ਸਨ, ਜਿਹੜੇ ਸੋਹਣੇ ਸੋਹਣੇ ਘਰਾਂ ਵਿੱਚ ਰਹਿੰਦੇ ਸਨ। ਰਹਿਤ ਸਦਾ ਸੰਤ ਪਿਖੇ ਨਾ ਨੈਣਾ, ਜਿਨ੍ਹਾਂ ਨੇ, ਜਿਹੜੀਆਂ ਇਸਤਰੀਆਂ ਨੇ ਕਹਿੰਦੇ ਸੋਹਣੇ ਮੰਦਰਾਂ 'ਚ ਰਹਿਣਾ ਕੀਤਾ ਸੀ, ਔਰ ਕਦੇ ਕਿਸੇ ਮਹਾਂਪੁਰਸ਼ ਮਹਾਤਮਾ ਦੇ ਦਰਸ਼ਨ ਨਹੀਂ ਸਨ ਕੀਤੇ। ਬੈਸਨ ਮਿਲੇ ਨਾ ਸੋ ਅਬ ਪਾਸੀ, ਹੁਣ ਉਹਨਾਂ ਨੂੰ ਬੈਠਣਾ ਵੀ ਉਹਨਾਂ ਮਹਿਲਾਂ ਦੇ ਨੇੜੇ ਨਸੀਬ ਨਹੀਂ ਹੋ ਰਿਹਾ। ਐਸੋ ਪ੍ਰਾਪਤ ਭਾ ਦੁਖ ਰਾਸੀ, ਇਹੋ ਜਿਹੇ ਦੁੱਖ ਦੀ ਵਿਪਤਾ ਉਹਨਾਂ ਦੇ ਉੱਤੇ ਆਣ ਪਈ ਹੈ। ਵਾਹਿਗੁਰੂ ਜੋ ਕਰਨੇ ਹਾਰਾ, ਤਿਸ ਕੋ ਬੰਧਨ ਬਾਰੰਗ ਬਾਰਾ। ਮਹਾਰਾਜ ਜੀ ਕਹਿੰਦੇ ਜਿਹੜਾ ਉਹ ਵਾਹਿਗੁਰੂ ਸਭ ਕੁਝ ਕਰਨ ਕਰਾਉਣ ਵਾਲਾ ਹੈ, ਉਹਨੂੰ ਸਾਡੀ ਬੰਦਨਾ ਹੈ, ਉਹਨੂੰ ਬਾਰੰਬਾਰ ਸਾਡੀ ਨਮਸਕਾਰ ਹੈ, ਆਦੇਸ਼ ਤੇ ਆਦੇਸ਼ ਹੈ। ਸਭ ਕੀ ਆਦ ਪੁਰਖ ਅਬਿਨਾਸ਼ੀ, ਉਹ ਸਾਰਿਆਂ ਦਾ ਆਦ ਮੁੱਢ ਹੈ, ਸਾਰਿਆਂ ਵਿੱਚ ਪੁਰਖ ਪੂਰਿਆ ਹੋਇਆ ਹੈ, ਔਰ ਅਬਨਾਸੀ ਵਿਨਾਸ਼ ਤੋਂ ਰਹਿਤ ਹੈ। ਕਿਸ ਬਿਧ ਅੰਤ ਨ ਪਾਇਆ ਜਾਸੀ, ਉਹਦਾ ਅੰਤ ਕਿਸੇ ਵੀ ਪ੍ਰਕਾਰ ਨਾਲ ਨਹੀਂ ਪਾਇਆ ਜਾਂਦਾ। ਉਹ ਅਕਾਲ ਪੁਰਖ ਬੇਅੰਤ ਹੈ, ਬੇਅੰਤ ਹੈ, ਪਰੇ ਤੋਂ ਪਰੇ ਹੈ। ਕਰ ਕਰ ਵੇਖੇ ਚੋਜ ਕਨੇਰੇ, ਉਹ ਅਨੇਕਾਂ ਪ੍ਰਕਾਰ ਦੇ ਚੋਜ ਕਰ ਕਰਕੇ ਵੇਖਦਾ ਹੈ। ਇਹ ਸਾਰੇ ਚੋਜ ਉਸ ਨਿਰੰਕਾਰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਕੀਤੇ ਹੋਏ ਨੇ। ਜਿਉ ਚਾਤ ਤਿਉ ਕਰ ਬਿਨ ਦੇਰੇ, ਜਿਵੇਂ ਉਹਨੂੰ ਚਾਹੁੰਦਾ ਭਾਉਂਦਾ ਆ ਉਹ ਤਿਵੇਂ ਕਰ ਦਿੰਦਾ, ਬਿਨਾਂ ਦੇਰੀ ਤੋਂ ਕਰਦਾ ਹੈ। ਜੋ ਉਹਨੂੰ ਚੰਗਾ ਲੱਗ ਗਿਆ ਉਹਨੇ ਝੱਟ ਕਰ ਦੇਣਾ, ਔਰ ਬਿਨਾਂ ਦੇਰੀ ਤੋਂ ਕਰਨੇ ਵਾਲਾ ਹੈ। ਜਬ ਇਨ ਅੰਗ ਨਾ ਪਏ ਬਿਹਾ, ਕਹਿੰਦੇ ਇਹ ਇਸਤਰੀਆਂ
ਜਿਹੜੀਆਂ ਆਪਣੇ ਭਰਤਿਆਂ ਨਾਲ ਜਦੋਂ ਵਿਆਹੀਆਂ ਹੋਈਆਂ ਆਈਆਂ ਸਨ, ਸੋਇਤ ਭਰਤਾ ਬੈਠੇ ਪਾਹਾ। ਇਹਨਾਂ ਦੇ ਪਤੀ ਇਹਨਾਂ ਦੇ ਪਾਸ ਬੈਠੇ ਸ਼ੋਭਦੇ ਸਨ, ਇਹ ਆਪਣੇ ਪਤੀਆਂ ਪਾਸ ਬੈਠੀਆਂ ਸ਼ੋਭਦੀਆਂ ਸਨ। ਹਿੰਡੋਲਨ ਪਰ ਚੜ ਕਰ ਆਈ, ਸੋਹਣੇ ਹੰਡੋਲਿਆਂ ਤੇ ਪਾਲਕੀਆਂ 'ਚ ਸਵਾਰ ਹੋ ਕੇ ਆਈਆਂ ਸਨ। ਪ੍ਰਥਮ ਬਦਨ ਮੈਂ ਪਾਏ ਮਿਠਾਈ, ਔਰ ਜਦੋਂ ਆਈਆਂ ਪਹਿਲਾਂ ਇਹਨਾਂ ਦੇ ਮੂੰਹ ਵਿੱਚ ਬੁੱਕਾਂ ਭਰ ਕੇ ਮਠਿਆਈਆਂ ਦੀਆਂ ਪਾਈਆਂ ਗਈਆਂ। ਵਾਰੈ ਵਾਰ 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 ਵਾਰੀ, ਔਰ ਇਹਨਾਂ ਦੇ ਸਿਰਾਂ ਤੋਂ ਵਾਰੇ ਜਾਂਦੇ ਸੀ, ਧਨ ਵਾਰੇ ਜਾਂਦੇ ਸੀ, ਪਾਣੀ ਵਾਰਿਆ ਜਾਂਦਾ ਸੀ, ਧਨ ਦੀਆਂ ਗੁੱਥੀਆਂ ਵਾਰ-ਵਾਰ ਕੇ ਦਾਨ ਕੀਤੀਆਂ ਜਾਂਦੀਆਂ ਸਨ। ਪੀਵੇਂ ਹੋਤ ਹਰਖ ਉਰ ਪਾਰੀ, ਔਰ ਪਾਣੀ ਵਾਰ ਕੇ ਇਹਨਾਂ ਦੇ ਸਿਰਾਂ ਤੋਂ ਪੀਂਦੀਆਂ ਸਨ ਇਹਨਾਂ ਦੀਆਂ ਮਾਵਾਂ, ਔਰ ਵਾਰੇ-ਵਾਰੇ ਜਾਂਦੀਆਂ ਤੇ ਪ੍ਰਸੰਨ ਹੁੰਦੀਆਂ ਸਨ। ਦਾਸੀ ਬਿਜਨਾ ਫੇਰੇ ਤਾਈ, ਔਰ ਇਹਨਾਂ ਦੀਆਂ ਦਾਸੀਆਂ ਹਰ ਵੇਲੇ ਇਹਨਾਂ ਦੇ ਪਿੱਛੇ ਖਲੋਤੀਆਂ ਪੱਖੇ ਝੱਲਦੀਆਂ ਸਨ। ਦਰਪਨ ਵਿੱਚ ਲਗੇ ਹੈ ਜਾਈ, ਇਹੋ ਜਿਹੇ ਪੱਖੇ ਜਿਨ੍ਹਾਂ 'ਚ ਸ਼ੀਸ਼ੇ ਲੱਗੇ ਹੋਏ, ਜਰੀਦਾਰ ਸ਼ੀਸ਼ੇ ਲੱਗੇ ਹੋਏ, ਚਮਕਤ ਤੇ ਦੁਤੋਤ ਵਿਸ਼ਾਲਾ, ਜਿਨ੍ਹਾਂ ਦੇ ਚਮਕਣ ਨਾਲ ਦੁਤੀ ਹੁੰਦੀ ਹੈ, ਜਿਨ੍ਹਾਂ ਦੀ ਚਮਕ ਦੂਰ ਤੱਕ ਦਿਖਾਈ ਦਿੰਦੀ ਹੈ। ਬਹੁਤ ਬਿਲੋ ਕੇ ਮਿਲਤੇ ਕਾਲਾ, ਔਰ ਅਨੇਕਾਂ ਲੋਕ ਇਕੱਠੇ ਹੋ ਕੇ ਮਿਲ ਕੇ ਵੇਖਦੇ ਸਨ, ਇਹ ਕੈਸੇ ਪੱਖੇ ਝੱਲੇ ਜਾ ਰਹੇ ਨੇ, ਇਹ ਕੈਸੀਆਂ ਪਠਾਣਾਂ ਨੇ, ਰਾਜਕੁਮਾਰੀਆਂ ਨੇ, ਇਉਂ ਵੇਖਣ ਵਾਸਤੇ ਲੋਕ ਆਉਂਦੇ ਸਨ। ਦੋਹਰਾ ਖਾਵਤ ਖਾਰਕ ਗਰੀ ਪੁੰਨ ਲੇਕਰ ਭਰਤੇ ਪਾਸ, ਆਪਣੇ ਪਤੀਆਂ ਪਾਸੋਂ ਛੁਹਾਰੇ ਲੈ ਕੇ ਖਾਂਦੀਆਂ ਸਨ। ਖਾਰਕ ਕਹਿੰਦੇ ਛੁਹਾਰਿਆਂ ਨੂੰ, ਫਿਰ ਗਿਰੀ ਭਾਵ ਬਦਾਮਾਂ ਦੀਆਂ ਗਿਰੀਆਂ ਆਦਿਕ ਉਹ ਲੈ ਕੇ ਆਪਣੇ ਭਰਤਿਆਂ ਪਾਸੋਂ ਖਾਂਦੀਆਂ ਸਨ। ਸੇਜਾ ਮਾਣੇ ਪਾਵਤੀ ਬਿਲਸਤ ਬਹੁਤ ਬਿਲਾਸ, ਅਨੇਕ ਪ੍ਰਕਾਰ ਦੀਆਂ ਸੋਹਣੀਆਂ ਸੇਜਾਂ ਨੂੰ ਮਾਣਦੀਆਂ, ਅਨੇਕ ਪ੍ਰਕਾਰ ਦੇ ਬਿਲਾਸਾਂ ਨੂੰ ਬਿਲਸਦੀਆਂ। ਜੋ ਪਈ ਅਬ ਪਾਤਰ ਤਿਨ ਕੇ ਗਰ ਪਾਵੇ, ਤੇ ਹੁਣ ਉਹਨਾਂ ਦੇ ਗਲਾਂ ਵਿੱਚ ਪੱਥਰ ਪਾਏ ਹੋਏ ਨੇ ਤੇਰੇ ਸਿਪਾਹੀਆਂ ਨੇ ਬਾਬਰ, ਉਹਨਾਂ ਇਸਤਰੀਆਂ ਦੇ ਗਲਾਂ ਵਿੱਚ ਪੱਥਰ ਬੰਨੇ ਹੋਏ ਹਨ। ਮੋਤੀਆਂ ਮਾਲ ਟੂਟ ਕਰ ਜਾਵੇ, ਔਰ ਉਹਨਾਂ ਦੇ ਗਲਾਂ ਦੀਆਂ ਮੋਤੀਆਂ ਦੀਆਂ ਮਾਲਾਂ ਟੁੱਟ ਕੇ ਖਿੰਡ ਰਹੀਆਂ ਨੇ। ਜੋਬਨ ਦਰਬ ਦੋ ਸੁਖਦਾਈ, ਜਿਹੜੀ ਜਵਾਨੀ ਤੇ ਧਨ ਦੋਵੇਂ ਇਹਨਾਂ ਲਈ ਸੁਖਦਾਈ ਸਨ। ਦਿਨ ਤੇ ਅਬ ਬੋਤੇ ਦੁਖ ਪਾਈ, ਉਹੀ ਜਵਾਨੀ ਤੇ ਉਹੀ ਧਨ ਇਹਨਾਂ ਲਈ ਹੁਣ ਦੁਖਦਾਈ ਹੋ ਗਿਆ। ਉਹ ਧਨ ਤੇ ਜੋਬਨ ਦੋਵੇਂ ਇਹਨਾਂ ਦੇ ਵੈਰੀ ਬਣ ਗਏ ਨੇ। ਤਰਨ ਬੈਸ ਪੁਨ ਜੇ ਤਨਵਾਨਾ, ਜਿਹੜੀਆਂ ਭਰ ਜਵਾਨੀ ਦੀ ਅਵਸਥਾ ਵਿੱਚ ਇਸਤਰੀਆਂ ਨੇ ਜਾਂ ਧਨਵਾਨ ਹਨ, ਤਿਨ ਗੈ ਦਿਓ ਸਾਸ ਨਾ ਦਾਨਾ, ਤੇਰੇ ਸਿਪਾਹੀਆਂ ਨੇ ਉਹਨਾਂ ਨੂੰ ਫੜ ਕੇ ਬੜੀ ਸਾਸ ਨਾਲ ਸਜ਼ਾ ਦਿੱਤੀ ਹੈ। ਉਹਨਾਂ ਨੂੰ ਅਨੇਕ ਪ੍ਰਕਾਰ ਦੀ ਤਾੜਨਾ ਕਰਕੇ ਮਾਰਿਆ, ਕੁੱਟਿਆ, ਲਤਾੜਿਆ। ਕਹੇ ਔਰ ਦੇਵੋ ਸਭ ਮਾਇਆ, ਮਾਰ ਕੇ ਉਹਨਾਂ ਨੂੰ ਕਹਿੰਦੇ ਆ ਤੇਰੇ ਸਿਪਾਹੀ ਬਾਬਰ, ਉਹ ਕਹਿੰਦੇ ਆ ਹੋਰ ਲਿਆਓ ਧਨ, ਕਿੱਥੇ ਗੱਡਿਆ ਹੋਇਆ ਜ਼ਮੀਨ ਵਿੱਚ, ਕਿਹੜੇ ਹਿੱਸੇ ਵਿੱਚ ਕਿੱਥੇ ਰੱਖਿਆ ਹੋਇਆ, ਉਹਨਾਂ ਨੂੰ ਮਾਰ ਕੇ ਪੁੱਛਦੇ ਹਨ। ਦੂਤਨ ਬਾਂਦੀ ਪਤ ਗਵਾਇਆ, ਦੂਤਾਂ ਨੇ ਉਹਨਾਂ ਨੂੰ ਬੰਨਿਆ, ਉਹਨਾਂ ਦੀ ਇੱਜ਼ਤ ਗਵਾ ਕੇ ਰੱਖ ਦਿੱਤੀ ਆ ਤੇਰੇ ਸਿਪਾਹੀਆਂ ਨੇ। ਜੋ ਵਿਦਵਾਹੇ ਗੁਰੂ ਕੋ ਪਾਈ, ਇਹ ਵਿਧੀ ਪਰਮੇਸ਼ਰ ਨੂੰ ਭਾਈ ਸੀ, ਉਹੀ ਹੋਣਾ ਨਾ ਜੋ ਖਸਮ ਨੂੰ ਭਾਉਣਾ ਹੈ। ਜੋ ਪਰਮੇਸ਼ਰ ਨੂੰ ਭਾਉਣਾ ਉਹੀ ਵਰਤਣਾ ਹੈ। ਦਏ ਸਜਾਏ ਕਿਦੋਂ ਵਡਿਆਈ, ਪਰਮੇਸ਼ਰ ਦੇ ਹੱਥ ਵਿੱਚ ਆ ਸਭ ਕੁਝ, ਉਹਨੂੰ ਭਾਵੇ ਤੇ ਉਹ ਸਜ਼ਾ ਦੇ ਦਿੰਦਾ ਹੈ, ਉਹਨੂੰ ਭਾਵੇ ਤੇ ਉਹ ਵਡਿਆਈ ਵੀ ਦੇ ਦਿੰਦਾ ਹੈ। ਵਡਿਆਈ ਵੀ ਉਹੀ ਦਿੰਦਾ ਹੈ ਤੇ ਜੀਵ ਦੇ ਕੀਤੇ ਹੋਛੇ ਕਰਮਾਂ ਦੀ ਸਜ਼ਾ ਉਹ ਵੀ ਉਹੀ ਦਿੰਦਾ ਹੈ। ਤੇੜ ਪਟੰਬਰ ਸਿਰ ਜ਼ਰ ਤਾਰੀ, ਆ ਜਿਨ੍ਹਾਂ ਨੇ ਆਪਣੇ ਤੇੜ ਸੋਹਣੇ ਰੇਸ਼ਮ ਦੇ ਕੱਪੜੇ ਪਾਏ ਹੋਏ,
ਸੂਖਮ ਧਾਗੇ ਦੇ ਬਣੇ ਬਸਤਰ ਲਪੇਟੇ ਹੋਏ ਸਨ। ਸੂਚਮ ਉਦਰ ਪਾਨ ਅਨੁਹਾਰੀ, ਜਿਹੜੀਆਂ ਪਾਨ ਦੇ ਪੱਤੇ ਵਾਂਗੂ ਸੂਖਮ ਬਸਤਰ ਧਾਰਨ ਕਰਨ ਵਾਲੀਆਂ ਇਸਤਰੀਆਂ ਹਨ। ਮਾਨਵ ਕੀ ਕੋ ਗਿਣਤੀ ਕਰਈ, ਕਹਿੰਦੇ ਬੰਦਿਆਂ ਦੀ ਕੀ ਗਿਣਤੀ ਕਰਨੀ, ਉੱਥੇ ਕਿਸੇ ਮਨੁੱਖ ਦੀ ਤਾਂ ਕੀ ਗਿਣਤੀ ਕਰਨੀ। ਸੂਰਜ ਚੰਦਰ ਦ੍ਰਿਸ਼ਟ ਨੇ ਪਰਈ, ਉਹਨਾਂ ਮਹਿਲਾਂ 'ਚ ਹਰਮਾਂ 'ਚ ਲੁਕ ਕੇ ਰਹਿੰਦੀਆਂ ਸੀ ਪਰਦੇ ਵਿੱਚ, ਕਿ ਜਿੱਥੇ ਸੂਰਜ ਤੇ ਚੰਦਰਮਾ ਵੀ ਇਹਨਾਂ ਨੂੰ ਨਹੀਂ ਸੀ ਵੇਖ ਸਕਦਾ, ਕਿਉਂਕਿ ਪਰਦੇ ਵਿੱਚ ਰਹਿਣਾ ਇਹਨਾਂ ਪਠਾਣਾਂ ਦਾ ਨਿਯਮ ਸੀ, ਧਰਮ ਸੀ, ਇਹਨਾਂ ਦਾ ਮਜ਼ਹਬ ਸੀ। ਕਹਿੰਦੇ ਹਰਮਾਂ ਵਿੱਚ ਰਹਿੰਦੀਆਂ, ਮਹਿਲਾਂ ਵਿੱਚ ਰਹਿੰਦੀਆਂ, ਜਿੱਥੇ ਬੰਦੇ ਨੇ ਤਾਂ ਕਿਸੇ ਨੇ ਕੀ ਵੇਖਣਾ ਸੀ ਇਹਨਾਂ ਨੂੰ, ਚੰਦਰਮਾ ਤੇ ਸੂਰਜ ਵੀ ਇਹਨਾਂ ਨੂੰ ਨਹੀਂ ਸਨ ਵੇਖ ਸਕਦੇ। ਪਗ ਸੋ ਮਾਰਗ ਚਲਤ ਨ ਜੋ, ਜਿਹੜੀਆਂ ਕਦੇ ਆਪਣੇ ਪੈਰਾਂ ਨਾਲ ਰਾਹ ਪੈਂਡਾ ਤੈਅ ਨਹੀਂ ਸਨ ਕਰਦੀਆਂ, ਟੁਰ ਕੇ ਨਹੀਂ ਸਨ ਕਿਤੇ ਜਾਂਦੀਆਂ। ਬਾਂਧ ਲਈ ਮੁਗਲਨ ਅਬ ਸੋ, ਪਾਲਕੀਆਂ 'ਚ ਬਹਿ ਬਹਿ ਜਾਂਦੀਆਂ ਸੀ, ਉਹਨਾਂ ਨੂੰ ਫੜ ਕੇ ਤੇਰੇ ਮੁਗਲਾਂ ਨੇ ਬੰਨ੍ਹ ਲਿਆ, ਔਰ ਉਹਨਾਂ ਨੂੰ ਗਲੀਆਂ ਤੇ ਬਾਜ਼ਾਰਾਂ ਵਿੱਚ ਧਿੰਗਦੇ ਫਿਰਦੇ ਨੇ ਪਰਦੇ ਤੋਂ ਬਿਨਾਂ ਕਰਕੇ। ਭਰਤੇ ਮਾਰੇ ਵਿੱਚ ਲੜਾਈ, ਉਹਨਾਂ ਦੇ ਪਤੀ ਪਠਾਨ ਜੰਗ ਦੇ ਮੈਦਾਨ ਵਿੱਚ ਤੇਰੇ ਸਿਪਾਹੀਆਂ ਨੇ ਮਾਰ ਘੱਤੇ ਨੇ ਬਾਬਰ। ਸਾਸਨ ਦੇ ਕੇ ਬਾਂਧ ਚਲਾਈ, ਔਰ ਉਹਨਾਂ ਦੀਆਂ ਘਰ ਵਾਲੀਆਂ ਔਰਤਾਂ ਨੂੰ ਤਾੜਨਾ ਦੇ ਕੇ ਬੰਨ ਕੇ ਟੋਰਿਆ ਹੋਇਆ, ਉਹਨਾਂ ਨੂੰ ਬੇੜੀਆਂ ਪਾਈਆਂ ਹੋਈਆਂ ਨੇ। ਲੋਚਨ ਬੋਤ ਵਿਮੋਚਿਤ ਬਾਰੀ, ਉਹ ਵਿਚਾਰੀਆਂ ਨੇਤਰਾਂ ਚੋਂ ਨੀਰ ਵਹਾਉਂਦੀਆਂ ਨੇ, ਬੁੱਕ ਭਰ ਭਰ ਕੇ ਰੋਂਦੀਆਂ ਕੁਰਲਾਉਂਦੀਆਂ ਹਨ। ਅਸ਼ਰੂ ਗਿਰੇ ਯੁਤ ਕੱਜਲਕਾਰੀ, ਔਰ ਨੇਤਰਾਂ ਵਿੱਚ ਪਾਇਆ ਕੱਜਲ ਨੇਤਰਾਂ ਦੇ ਹੰਝੂਆਂ ਨਾਲ ਮੂੰਹਾਂ ਦੇ ਚਿਹਰੇ ਨੂੰ ਕਾਲਾ ਕਰ ਰਿਹਾ। ਜਿਹੜਾ ਕੱਜਲ ਉਹਨਾਂ ਪਾਇਆ ਹੋਇਆ ਸੀ, ਉਹ ਕੱਜਲ ਉਹਨਾਂ ਦੇ ਨੇਤਰਾਂ ਦੇ ਨੀਰ ਨਾਲ ਹੀ ਉਹਨਾਂ ਦੇ ਚਿਹਰੇ ਨੂੰ ਕਾਲਾ ਕਰ ਰਿਹਾ। ਊਕਤ ਰੋਵਤ ਦੁੱਖ ਪਾਈ, ਊਕਦੀਆਂ ਨੇ, ਰੋਂਦੀਆਂ ਤੇ ਦੁੱਖ ਪਾਉਂਦੀਆਂ ਹਨ। ਨੈ ਕੋ ਸ਼ਕਤ ਨਾ ਤਿਨੇ ਛੁਡਾਈ, ਕਹਿੰਦੇ ਹੁਣ ਕੋਈ ਸ਼ਕਤੀ ਨਹੀਂ ਕਿ ਉਹਨਾਂ ਨੂੰ ਕੋਈ ਛੁਡਾਵੇ, ਉਹਨਾਂ ਨੂੰ ਤੇਰੀ ਜੇਲ੍ਹ ਚੋਂ ਕੋਈ ਮੁਕਤ ਕਰੇ। ਆਗੇ ਜੇ ਚੇਤਿਓ ਨੈ ਨਾਮੋ, ਇਹ ਦਸ਼ਾ ਇਹਨਾਂ ਦੀ ਤਾਂ ਹੋਈ ਕਿਉਂਕਿ ਕਰਮ ਮਾੜੇ ਸਨ। ਜੇ ਪਹਿਲਾਂ ਇਹਨਾਂ ਨੇ ਰੱਬ ਦਾ ਭਜਨ ਕੀਤਾ ਹੁੰਦਾ, ਜੇ ਪਹਿਲਾਂ ਪਰਮੇਸ਼ਰ ਦੀ ਬੰਦਗੀ ਕੀਤੀ ਹੁੰਦੀ, ਕਰਮ ਚੰਗੇ ਕੀਤੇ ਹੁੰਦੇ, ਤੋ ਅਬ ਸਮਾ ਪਇਓ ਦੁੱਖ ਤਾਮੋ, ਤੇ ਫਿਰ ਇਹੋ ਜਿਹਾ ਦੁੱਖ ਦੇਣ ਵਾਲਾ ਸਮਾਂ ਇਹਨਾਂ ਨੂੰ ਕਿਉਂ ਬਣਦਾ। ਜੇ ਪਹਿਲਾਂ ਹੀ ਪਰਮੇਸ਼ਰ ਦਾ ਭਜਨ ਕੀਤਾ ਹੁੰਦਾ, ਜੇ ਪਹਿਲਾਂ ਹੀ ਅੱਗੋਂ ਦੇ ਜੇ ਚੇਤੀਆ ਤਾਂ ਕਾਇਤ ਮਿਲੇ ਸਜਾਏ, ਫਿਰ ਇਹ ਸਜ਼ਾ ਇਹਨਾਂ ਨੂੰ ਕਾਹਨੂੰ ਮਿਲਣੀ ਸੀ। ਜੇ ਸਿਮਰੇ ਅਗਰਜ਼ ਕਰ ਤਾਰਾ, ਜਿਹੜੇ ਪਹਿਲਾਂ ਹੀ ਪਰਮੇਸ਼ਰ ਦਾ ਸਿਮਰਨ ਕਰਦੇ ਆ, ਜਿਹੜੇ ਪਹਿਲਾਂ ਹੀ ਪਰਮੇਸ਼ਰ ਨੂੰ ਯਾਦ ਕਰਦੇ ਹਨ, ਕਿਉਂ ਹੋਵੇ ਇਸ ਬਿਦ ਦੁੱਖ ਭਾਰਾ, ਉਹਨਾਂ ਨੂੰ ਇਸ ਪ੍ਰਕਾਰ ਦਾ ਭਾਰੀ ਦੁੱਖ ਨਹੀਂ ਵਿਆਪਦਾ। ਹੋਏ ਅਮੀਰ ਉਮਰੇ ਜੇ ਵਜ਼ੀਰੰਗ, ਵੱਡੇ ਵੱਡੇ ਅਮੀਰ ਤੇ ਉਮਰੇ ਵਜ਼ੀਰ ਜਿੰਨੇ ਹਨ, ਵਿਸਰ ਗਏ ਪ੍ਰਭ ਗੁਨੀ ਗਹੀਰੰਗ, ਇਹਨਾਂ ਨੂੰ ਰੱਬ ਵਿਸਰਿਆ ਹੋਇਆ ਸੀ। ਆ ਵੱਡੇ ਵੱਡੇ ਜਿਹੜੇ ਸ਼ਾਹ ਸਾਹਾਂ ਸੁਰਤ ਗਵਾਈਆ, ਜਿਨ੍ਹਾਂ ਨੇ ਪਰਮੇਸ਼ਰ ਨੂੰ ਵਿਸਾਰਿਆ ਹੋਇਆ ਸੀ, ਵੱਡੇ ਵੱਡੇ ਉਮਰ ਪਾਤਸ਼ਾਹ ਸਨ ਜਿਹੜੇ ਚਿਤ ਮੈਂ ਚਾਤ ਰੰਗ ਤਮਾਸ਼ੇ, ਜਿਹੜੇ ਆਪਣੇ ਚਿੱਤ 'ਚ ਹਮੇਸ਼ਾ ਰੰਗ ਤਮਾਸ਼ੇ ਹੀ ਵੇਖਣਾ ਚਾਹੁੰਦੇ ਸਨ, ਜਿਨ੍ਹਾਂ ਨੂੰ ਰੰਗ ਤਮਾਸ਼ੇ ਹੀ ਚੰਗੇ ਲੱਗਦੇ ਸਨ। ਬਿਬਦ ਬਿਦਨ ਕੇ ਬਿਲਸ ਬਿਲਾਸੇ, ਅਨੇਕ ਪ੍ਰਕਾਰ ਦੇ ਭੋਗ ਭੋਗਦੇ ਸਨ, ਅਨੇਕ ਪ੍ਰਕਾਰ ਦੇ ਵਿਕਾਰਾਂ ਵਿੱਚ ਖਚਤ ਸਨ। ਅਬ ਤਿਨ ਕੀ ਗਤ ਹੋਈ ਐਸੀ, ਹੁਣ ਉਹਨਾਂ ਪਠਾਣਾਂ ਦੀ, ਉਹਨਾਂ ਰਾਜਕੁਮਾਰਾਂ ਦੀ ਇਹੋ ਜੀ ਹਾਲਤ ਹੋਈ ਹੈ, ਉਹਨਾਂ ਦੀ ਇਹੋ ਜੀ ਦਸ਼ਾ ਹੋਈ ਹੈ, ਜਾਏ ਬਿਲੋ ਕੀ ਨਾਏ ਨ ਜੈਸੀ, ਜਿਹੜੀ ਕਿਸੇ ਕੋਲੋਂ ਵੇਖ ਨਹੀਂ ਹੁੰਦੀ, ਯਾਨੀ ਕਿ ਇੰਨੀ ਭਿਆਨਕ ਦਸ਼ਾ ਇਹਨਾਂ ਦੀ ਹੋਈ ਹੈ। ਬਾਬਰ ਤੇਰੀ ਫਿਰੀ ਦੁਹਾਈ, ਬਾਬਰ ਤੇਰੀ ਦੁਹਾਈ ਫਿਰ ਗਈ ਹੈ ਪੂਰੇ ਹਿੰਦੁਸਤਾਨ ਵਿੱਚ। ਤੂਰਨ ਪੂਰਬ ਸਫਾ ਉਠਾਈ, ਤੂੰ ਜਿਹੜੀ ਪਹਿਲੀ ਸਫਾ ਸੀ ਨਾ ਮਲੇਛਾਂ ਦੀ ਪਠਾਣਾਂ ਦੀ, ਉਹ ਸਫਾ ਆ ਕੇ ਤੈਂ ਉਠਾ ਦਿੱਤੀ ਹੈ। ਇਨਕੇ ਬੜੇ ਮੁਸਾਹਿਬ ਜੋਏ, ਇਹਨਾਂ ਦੇ ਜਿਹੜੇ ਵੱਡੇ ਵੱਡੇ ਮੁਸਾਹਿਬ ਸਨ, ਅਫਸਰ ਸਨ, ਮੈਂ ਭੋਜਨ ਅਬ ਪ੍ਰਾਪਤ ਹੋਏ, ਉਹਨਾਂ ਨੂੰ ਖਾਣ ਨੂੰ ਰੋਟੀ ਨਹੀਂ ਪਈ ਮਿਲਦੀ। ਕੋਈ ਨਾ ਰੋਟੀ ਖਾਏ, ਹੁਣ ਖਾਣ ਨੂੰ ਰੋਟੀ ਪ੍ਰਾਪਤ ਨਸੀਬ ਨਹੀਂ ਹੁੰਦੀ। ਜਿਹੜੇ ਪਹਿਲਾਂ ਕਿਸੇ ਸਮੇਂ
ਆਪਣੇ ਭੋਜਨ ਸਾਹਮਣੇ ਥਾਲ ਪਰੋਸੇ ਹੋਏ ਹੁੰਦੇ ਸਨ ਤੇ ਨੱਕਾਂ ਚੜਾਉਂਦੇ ਸੀ, ਕਹਿੰਦੇ ਅਸੀਂ ਨਹੀਂ ਖਾਣੀ, ਆਹ ਕੀ ਲੈ ਆਇਓ। ਕਹਿੰਦੇ ਉਹਨਾਂ ਨੂੰ ਖਾਣ ਵਾਸਤੇ ਹੁਣ ਸੁੱਕੀ ਰੋਟੀ ਵੀ ਨਸੀਬ ਨਹੀਂ ਪਈ ਹੁੰਦੀ। ਪੂਜਾ ਕਰਨ ਨਿਵਾਜ ਸੋ ਜਿਨ ਕੀ, ਜਿਹੜੇ ਪੂਜਾ ਕਰਨ ਵਾਲੇ ਜਾਂ ਨਮਾਜ਼ ਪੜਨ ਵਾਲੇ ਸਨ, ਜਾਤ ਸਮਾ ਟਰ ਹੋਤ ਨ ਤਿਨ ਕੀ, ਨਾ ਉਹਨਾਂ ਨੂੰ ਨਮਾਜ਼ ਪੜਨ ਦਾ ਵੇਲਾ ਮਿਲਦਾ, ਨਾ ਪੂਜਾ ਕਰਨ ਵਾਲਿਆਂ ਨੂੰ ਪੂਜਾ ਕਰਨ ਦਾ ਵੇਲਾ ਮਿਲ ਰਿਹਾ। ਹਿੰਦਨੀ ਅੰਗਨਾ ਪਕਰੀ ਸੋਈ, ਬਾਬਰ ਤੇਰੇ ਸਿਪਾਹੀਆਂ ਨੇ ਅਨੇਕਾਂ ਹਿੰਦੜੀਆਂ ਵੀ ਪਕੜੀਆਂ ਹੋਈਆਂ ਨੇ ਇਸਤਰੀਆਂ, ਮੱਜਤ ਤਿਲਕ ਲਗਾਵਤ ਜੋਈ, ਜਿਹੜੀਆਂ ਇਸ਼ਨਾਨ ਕਰਕੇ ਮੱਥੇ ਤੇ ਤਿਲਕ ਲਾਉਂਦੀਆਂ ਤੇ ਚੌਂਕੇ ਵਿੱਚ ਬਹਿ ਕੇ ਭੋਜਨ ਖਾਂਦੀਆਂ ਸਨ। ਕਿਉਂਕਿ ਮੈਂ ਭੋਜਨ ਕੋ ਖਾਤੀ, ਚੌਂਕਿਆਂ 'ਚ ਬਹਿ ਕੇ ਭੋਜਨ ਖਾਂਦੀਆਂ ਸੀ ਪਵਿੱਤਰਤਾ ਦੇ ਨਾਲ। ਕਰੀ ਕੈਦ ਬੈਸੀ ਇਸ ਭਾਂਤੀ, ਉਹ ਅਨੇਕਾਂ ਹਿੰਦੂ ਇਸਤਰੀਆਂ ਵੀ ਬਾਬਰ ਤੇਰੀ ਕੈਦ ਦੇ ਵਿੱਚ ਕੈਦੀ ਹੋਈਆਂ ਬੈਠੀਆਂ ਹਨ। ਆਤ ਨ ਆਵਤੇ ਅਬੇ ਆਹਾਰਾ, ਇਹਨਾਂ ਦੇ ਹੱਥ ਕਦੇ ਭੋਜਨ ਨਹੀਂ ਆਉਂਦਾ, ਰੋਟੀ ਦੀ ਬੁਰਕੀ ਖਾਣੀ ਨਸੀਬ ਨਹੀਂ ਪਈ ਹੁੰਦੀ ਉਹਨਾਂ ਨੂੰ। ਰੋਵਤੀ ਉੱਚੀ ਕਰੇ ਪੁਕਾਰਾ, ਉੱਚੀ ਰੋਂਦੀਆਂ ਕੁਰਲਾਉਂਦੀਆਂ ਪੁਕਾਰਾਂ ਕਰਦੀਆਂ, ਪਰ ਉਹਨਾਂ ਦੀ ਕੋਈ ਪੁਕਾਰ ਨਹੀਂ ਸੁਣਦਾ। ਰਾਮ ਨ ਸਿਮਰੇ ਉਹ ਕਬ ਮਨ ਮਾਈ, ਇਹ ਉਹੀ ਨੇ ਜਿਨ੍ਹਾਂ ਨੇ ਕਦੇ ਪਹਿਲਾਂ ਰਾਮ ਨਹੀਂ ਸੀ ਸਿਮਰਿਆ, ਇਹ ਉਹੀ ਨੇ ਜਿਨ੍ਹਾਂ ਨੇ ਕਦੇ ਪਹਿਲਾਂ ਪਰਮੇਸ਼ਰ ਨੂੰ ਯਾਦ ਨਹੀਂ ਸੀ ਕੀਤਾ, ਆਪਣੇ ਰੰਗਾਂ ਵਿੱਚ ਰੰਗੀਆਂ ਹੋਈਆਂ ਨੇ। ਕੈਨ ਖੁਦਾਏ ਮਿਲੇ ਅਬ ਨਾਈ, ਤੇ ਹੁਣ ਤਾਂ ਖੁਦਾ ਕਹਿਣਾ ਵੀ ਨਸੀਬ ਨਹੀਂ ਹੁੰਦਾ ਇਹਨਾਂ ਕੋਲੋਂ, ਹੁਣ ਤੇ ਕੋਈ ਖੁਦਾ ਦਾ ਵਾਸਤਾ ਵੀ ਇਹਨਾਂ ਕੋਲੋਂ ਸੁਣਨ ਨੂੰ ਰਾਜੀ ਨਹੀਂ। ਆਵੇਂ ਦੁੱਖ ਸੁੱਖ ਬੂਝਤ ਕੋਈ, ਜਦੋਂ ਕੋਈ ਆਉਂਦਾ ਤੇ ਦੁੱਖ ਸੁੱਖ ਪੁੱਛਦੇ ਨੇ ਇੱਕ ਦੂਜੇ ਨੂੰ। ਕੇਤਕ ਮ੍ਰਿਤ ਪਏ ਤਿਨ ਰੋਈ, ਕਈਆਂ ਦੇ ਕਈ ਮਿੱਤਰ ਰਸਤੇਦਾਰ ਸੰਬੰਧੀ ਪਤੀ ਭਰਾ ਮਾਰੇ ਗਏ ਨੇ, ਉਹਨਾਂ ਮਰਿਆਂ ਹੋਇਆਂ ਨੂੰ ਰੋਂਦੇ ਤੇ ਕਰਲਾਉਂਦੇ ਨੇ। ਜੋ ਵਿਦਵਾਏ ਗੁਰੂ ਕੋ ਪਾਵੇ, ਅਸਲ ਵਿੱਚ ਜੋ ਤਿਸ ਪਰਮੇਸ਼ਰ ਨੂੰ ਭਾਉਂਦਾ, ਜੋ ਤਿਸ ਭਾਵੈ ਸੋ ਥੀਆ, ਨਾਨਕ ਕਿਆ ਮਾਨੁਖ। ਜੋ ਉਸ ਵਾਹਿਗੁਰੂ ਪਰਮੇਸ਼ਰ ਨੂੰ ਭਾਉਂਦਾ ਉਹੀ ਵਰਤਦਾ ਹੈ। ਸੋ ਤਤ ਚਿਨ ਕਰਤਾਰ ਬਣਾਵੇ, ਕਰਤਾਰ ਤਤ ਛਿਨ ਉਹ ਸਾਰਾ ਕੁਝ ਬਣਾ ਲੈਂਦਾ ਜੇ ਉਹਨੂੰ ਭਾਵੇ। ਖਾਲਸਾ ਜੀ ਉਹ ਆਪੇ ਸਾਰੀਆਂ ਵਿਧੀਆਂ ਰਚ ਲੈਂਦਾ ਹੈ। ਪਰਮੇਸ਼ਰ ਨੂੰ ਭਾਵੇ ਤੇ ਇੱਕ ਅੱਖ ਦੇ ਫੋਰ ਵਿੱਚ ਕੁਝ ਤੋਂ ਕੁਝ ਦੀ ਰਚਨਾ ਰਚ ਲੈਂਦਾ ਹੈ। ਨੈ ਮਾਨੁਖ ਕੇ ਕਛ ਕਰ ਮਾਈ, ਕਿਸੇ ਮਨੁੱਖ ਦੇ ਕਿਸੇ ਬੰਦੇ ਦੇ ਹੱਥ ਵਿੱਚ ਕੁਝ ਵੀ ਨਹੀਂ। ਜਿਵੇਂ ਚਲਾਵੇ ਤਿਵੇਂ ਚਲਾਈ, ਜਿਵੇਂ ਵਾਹਿਗੁਰੂ ਪਰਮੇਸ਼ਰ ਚਲਾਉਂਦਾ ਤਿਵੇਂ ਸਾਰੇ ਚੱਲਦੇ ਹਨ। ਸੁਨ ਬਾਬਰ ਸ਼੍ਰੀ ਮੁਕਤੇ ਬਾਣੀ, ਜਦੋਂ ਬਾਬਰ ਨੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਮੁਖਾਰ ਬਿੰਦ ਚੋਂ ਇਹ ਬਾਣੀ ਸੁਣੀ, ਸ਼ਰਦਾ ਅਧਿਕ ਹਿਰਦੇ ਮੈਂ ਠਾਨੀ, ਮਨ 'ਚ ਸ਼ਰਧਾ ਬਣ ਗਈ। ਬਾਬਰ ਦੇ ਹਿਰਦੇ 'ਚ ਸਤਿਗੁਰਾਂ ਪ੍ਰਤੀ ਸ਼ਰਧਾ ਤੇ ਭਾਵਨਾ ਬਣ ਗਈ। ਬਾਬਰ ਦੇ ਕੋਈ ਪੂਰਬਲੇ ਜਨਮਾਂ ਦਾ ਜਪ ਤਪ ਹੋਵੇਗਾ, ਕੋਈ ਤਪੱਸਿਆ ਹੋਵੇਗੀ ਕਿ ਜਿਹੜੇ ਚੰਗੇ ਕਰਮਾਂ ਦੇ ਫਲ ਸਦਕਾ ਗੁਰੂ ਨਾਨਕ ਸਾਹਿਬ ਦੇ ਨੂੰ ਦਰਸ਼ਨ ਹੋ ਰਹੇ ਨੇ ਔਰ ਸਤਿਗੁਰਾਂ ਦੀ ਬਾਣੀ ਮੁਖੋਂ ਸਰਵਣ ਕਰ ਰਿਹਾ, ਔਰ ਸਤਿਗੁਰਾਂ ਕੋਲੋਂ ਰਾਜ ਭਾਗ ਦੀ ਦਾਤ ਪ੍ਰਾਪਤ ਕਰ ਰਿਹਾ ਹਿੰਦੁਸਤਾਨ ਦੀ। ਕੋਈ ਇਹਦੇ ਜਨਮਾਂ ਦੇ ਪਿਛਲੇ ਜਨਮਾਂ ਦਾ ਹੀ ਜਪ ਤਪ ਹੋਵੇਗਾ ਨਾ, ਤਦੇ ਗੁਰੂ ਕਾ ਸੰਗ ਪ੍ਰਾਪਤ ਹੋਇਆ, ਗੁਰੂ ਕੇ ਦਰਸ਼ਨ ਪ੍ਰਾਪਤ ਹੋਏ ਨੇ। ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਉੱਤੇ ਇਹਦੇ ਮਨ 'ਚ ਇੱਕਦਮ ਸ਼ਰਧਾ ਤੇ ਭਾਵਨਾ ਬਣ ਗਈ। ਕਲਾਵਾਨ ਮਨ ਲਖੇ ਵਿਸਾਲਾ, ਇਹਨੇ ਜਾਣ ਲਿਆ ਕਿ ਕੋਈ ਦਰਵੇਸ਼ ਤੇ ਫਕੀਰ ਨੇ, ਕਲਾਵਾਨ ਪੁਰਸ਼ ਨੇ, ਜਿਨ੍ਹਾਂ ਦੀਆਂ ਚੱਕੀਆਂ ਆਪਣੇ ਆਪ ਪਈਆਂ ਚੱਲਦੀਆਂ ਨੇ, ਜਿਨ੍ਹਾਂ ਦੇ ਸੀਸ ਉੱਤੇ ਧਰੀ ਹੋਈ ਪੰਡ ਇੱਕ ਹੱਥ ਉੱਚੀ ਆਪਣੇ ਆਪ ਚੱਕੀ ਜਾਂਦੀ ਹੈ, ਜਿਨ੍ਹਾਂ ਦੇ ਬਚਨਾਂ ਨਾਲ ਤਪਦੇ ਬਲਦੇ ਹਿਰਦੇ ਠੰਡੇ ਠਾਰ ਤੇ ਸ਼ੀਤਲ ਹੋ ਰਹੇ ਨੇ, ਇਹ ਕੋਈ ਕਲਾਵਾਨ ਤੇ ਅਜਮਤੀ ਦਰਵੇਸ਼ ਪੁਰਖ ਨੇ। ਇਸ ਤਰ੍ਹਾਂ ਦੀ ਸ਼ਰਧਾ ਬਾਬਰ ਦੇ ਹਿਰਦੇ ਵਿੱਚ ਬਣ ਰਹੀ ਹੈ। ਬੰਧਨ ਕਰ ਬੋਲਿਓ ਤੈਂ ਕਾਲਾ, ਦੀਨ ਤੇ ਦੁਨੀਆ ਦੇ ਮਾਲਕ ਵਾਲੀਏ ਕੋਲਾ ਸਤਿਗੁਰੂ ਜਗਤ ਗੁਰੂ ਗੁਰੂ ਨਾਨਕ ਸਾਹਿਬ ਦੇ ਚਰਨਾਂ ਤੇ ਬਾਬਰ ਨੇ ਬੰਦਨਾ ਕੀਤੀ, ਨਮਸਕਾਰ ਕੀਤੀ ਹੈ। ਕਰਾਮਾਤ ਮੁਝ ਕੋ ਦਿਖਲਾਵੋ, ਕਹਿਣ ਲੱਗਾ ਮਹਾਰਾਜ ਮੈਨੂੰ ਕੋਈ ਕਰਾਮਾਤ ਵਿਖਾਓ। ਖਾਲਸਾ ਜੀ ਮੁਸਲਮਾਨ ਧਰਮ ਦੇ ਵਿੱਚ, ਮਤ ਦੇ ਵਿੱਚ, ਇਸਲਾਮ ਮਤ ਵਿੱਚ ਉਹ ਉਹਨੂੰ ਪੀਰ ਮੰਨਦੇ ਨੇ ਜਿਹਦੇ 'ਚ ਕੋਈ ਅਜ਼ਮਤ ਤੇ ਕਰਾਮਾਤ ਹੋਵੇ।
ਜਿਵੇਂ ਅਸੀਂ ਕਿਸੇ ਮਹਾਂਪੁਰਸ਼ ਨੂੰ ਉਸੇ ਨੂੰ ਮਹਾਤਮਾ ਮੰਨਦੇ ਹਾਂ ਜਿਹਦੇ ਹਿਰਦੇ 'ਚ ਪਰਮੇਸ਼ਰ ਦਾ ਚਿੰਤਨ ਹੋਵੇ, ਜਿਹਦੇ ਹਿਰਦੇ 'ਚ ਸਵਾਸ ਪਰਮੇਸ਼ਰ ਦੀ ਯਾਦ ਬਣੀ ਰਵੇ, ਅਸੀਂ ਉਹਨੂੰ ਕਹਿੰਦੇ ਆ ਵੀ ਇਹ ਮਹਾਤਮਾ ਹੈ, ਇਹ ਸੰਤ ਹੈ, ਜਿਹਨੂੰ ਸਵਾਸ ਗਰਾਸ ਨਾ ਵਿਸਰੇ। ਮੁਸਲਮਾਨ ਮੱਤ ਦੇ ਵਿੱਚ ਇਹ ਉਹਨੂੰ ਪੀਰ ਮੰਨਦੇ ਨੇ, ਉਹਨੂੰ ਸੰਤ ਮੰਨਦੇ ਨੇ ਜਿਹੜਾ ਕਰਾਮਾਤੀ ਹੋਵੇ, ਅਜਬਤੀ ਹੋਵੇ। ਇਸ ਕਰਕੇ ਬਾਰ-ਬਾਰ ਇਹ ਕਰਾਮਾਤ ਦੀ ਗੱਲ ਕਰਦੇ ਆ। ਔਰੰਗਜ਼ੇਬ ਵੀ ਤਾਂ ਹੀ ਗੁਰੂ ਸਾਹਿਬ ਨੂੰ ਕਹਿੰਦਾ ਸੀ ਕਰਾਮਾਤ ਵਿਖਾਓ। ਬਾਬਰ ਵੀ ਕਹਿ ਰਿਹਾ ਗੁਰੂ ਨਾਨਕ ਸਾਹਿਬ ਨੂੰ, ਕਹਿੰਦਾ ਮਹਾਰਾਜ ਆਪ ਜੀ ਮੈਨੂੰ ਕੋਈ ਕਰਾਮਾਤ ਵਿਖਾਓ। ਕਿਤਕ ਸ਼ਕਤ ਹੈ ਸਰਬ ਬਤਾਵੋ। ਆਪ ਜੀ ਵਿੱਚ ਕਿਤਨੀ ਕੁ ਸ਼ਕਤੀ ਹੈ, ਤੁਸੀਂ ਕਿਤਨੀ ਕੁ ਵੱਡੀ ਸ਼ਕਤੀ ਦੇ ਮਾਲਕ ਹੋ, ਉਹ ਮੈਨੂੰ ਦੱਸੋ। ਤੁਮ ਖੁਦਾਏ ਕੇ ਅਧਿਕ ਪਿਆਰੇ। ਤੁਸੀਂ ਖੁਦਾ ਦੇ ਪਿਆਰੇ ਹੋ? ਪੁੱਛਦਾ ਬਾਬਰ, ਸਵਾਲ ਕਰਦਾ, ਕਹਿੰਦਾ ਜੀ ਤੁਸੀਂ ਖੁਦਾ ਪਿਆਰੇ ਹੋ। ਕਿਦੋਂ ਖੁਦਾਏ ਆਪ ਤਨ ਤਾਰੇ। ਤੁਸੀਂ ਖੁਦਾ ਦੇ ਪਿਆਰੇ ਹੋ ਜਾਂ ਫਿਰ ਖੁਦਾ ਨੇ ਆਪ ਤੁਹਾਡਾ ਤਨ ਧਾਰਨ ਕੀਤਾ? ਕਹਿੰਦਾ ਤੁਸੀਂ ਖੁਦਾ ਦੇ ਪਿਆਰੇ ਹੋ ਜਾਂ ਫਿਰ ਤੁਸੀਂ ਖੁਦ ਖੁਦਾ ਹੋ ਕਿ ਖੁਦਾ ਨੇ ਤੁਹਾਡਾ ਤਨ ਧਾਰਨ ਕੀਤਾ ਹੋਇਆ। ਸੁਨ ਕਰ ਬੋਲੇ ਕਿਰਪਾ ਸਹਿਤ। ਜਦੋਂ ਬਾਬਰ ਨੇ ਇਸ ਤਰ੍ਹਾਂ ਬੇਨਤੀ ਕੀਤੀ, ਕਿਰਪਾ ਦੇ ਘਰ ਵਿੱਚ ਆਏ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਬੋਲੇ, ਕਰਾਮਾਤ ਕੋ ਕਹਿਰ ਕਹਤੇ। ਮਹਾਰਾਜ ਜੀ ਕਹਿੰਦੇ ਆ ਬਾਬਰ ਕਰਾਮਾਤ ਕਹਿਰ ਦਾ ਨਾਮ ਹੈ। ਹੁਣ ਤੁਸੀਂ ਆਖੋਗੇ ਜਿਹੜੀ ਪਹਿਲਾਂ ਚੱਕੀ ਫਿਰਦੀ ਸੀ ਬਿਨਾਂ ਫੇਰਿਆਂ, ਜਾਂ ਜਿਹੜੀ ਪਹਿਲਾਂ ਪੰਡ ਚੁੱਕੀ ਸੀ ਸਿਰ ਤੇ ਸੀਸ ਤੇ ਨਹੀਂ ਟਿਕਦੀ, ਉਹ ਵੀ ਤਾਂ ਕਰਾਮਾਤ ਸੀ। ਉਹ ਕਿਸੇ ਦੇ ਕਹਿਣ ਤੇ ਨਹੀਂ ਵਿਖਾਈ, ਉਹ ਮੇਰੇ ਸਤਿਗੁਰਾਂ ਦੀ ਸੁਤੇ ਕਲਾ ਹੈ ਜਿਹੜੀ ਆਪਣੇ ਆਪ ਵਰਤਦੀ ਹੈ। ਪਰ ਜੇ ਬਾਬਰ ਨੇ ਕਿਹਾ ਜੀ ਮੈਨੂੰ ਵਿਖਾਓ ਕਰਾਮਾਤ, ਤਾਂ ਫਿਰ ਪਾਤਸ਼ਾਹ ਕਹਿੰਦੇ ਨਹੀਂ ਬਾਬਰ, ਕਰਾਮਾਤ ਕਹਿਰ ਦਾ ਨਾਮ ਹੁੰਦਾ। ਦੱਸ ਤੂੰ ਕਹਿਰ ਵੇਖਣਾ ਚਾਹੁੰਦਾ? ਕਰਾਮਾਤ ਕਹਿਰ ਦਾ ਨਾਮ ਹੈ। ਕੀ ਤੂੰ ਕਹਿਰ ਵੇਖਣਾ ਚਾਹੁੰਦਾ? ਜਿਹੜੀ ਕਿਸੇ ਦੀ ਖੁਸ਼ਾਮਦ ਲਈ ਹੋਵੇ ਉਹ ਕਰਾਮਾਤ ਕਹਿਰ ਹੈ। ਤੇ ਜਿਹੜੀ ਕਲਾ ਮੇਰੇ ਸਤਿਗੁਰਾਂ ਦੀ ਸੁਤੇ ਸਿੱਧ ਵਰਤਦੀ ਹੈ, ਉਹ ਗੁਰੂ ਕੇ ਸਿੱਖਾਂ ਦੇ ਹਿਰਦਿਆਂ 'ਚ ਸ਼ਰਧਾ ਤੇ ਭਾਵਨਾ ਬਣਾਉਣ ਵਾਸਤੇ ਹੈ ਕਿ ਗੁਰਸਿੱਖਾਂ ਦੇ ਹਿਰਦੇ 'ਚ ਸ਼ਰਧਾ ਬਣ ਜਾਏ, ਭਾਵਨਾ ਬਣ ਜਾਏ, ਪ੍ਰੇਮ ਬਣ ਜਾਏ, ਗੁਰੂ ਘਰ ਪ੍ਰਤੀ ਅਥਾਹ ਵਿਸ਼ਵਾਸ ਬਣ ਜਾਏ। ਉਹ ਸੁਤੇ ਕਲਾ ਪਹਿਲਾਂ ਵੀ ਵਰਤਦੀ ਹੈ ਜਦੋਂ ਸਤਿਗੁਰੂ ਜੀ ਸਰੀਰ ਵਿੱਚ ਸਨ। ਉਹ ਸੁਤੇ ਕਲਾ ਅੱਜ ਵੀ ਸਤਿਗੁਰਾਂ ਦੇ ਘਰ ਵਿੱਚ ਅਨੇਕਾਂ ਥਾਵਾਂ ਤੇ ਵਰਤਦੀ ਹੈ। ਨਿਤ ਆਪ ਜੀ ਸੁਣਦੇ ਹੋ, ਕਦੇ ਪਾਤਸ਼ਾਹ ਦੇ ਪਾਵਨ ਚਰਨਾਂ ਵਿੱਚ ਨਤਮਸਤਕ ਹੋਣ ਵਾਲਿਆਂ ਨੂੰ ਨੇਤਰ ਮਿਲ ਜਾਂਦੇ ਹੈ, ਕਦੇ ਇਸ਼ਨਾਨ ਕਰਨ ਵਾਲਿਆਂ ਦੀਆਂ ਲੱਤਾਂ ਚੱਲ ਪੈਂਦੀਆਂ ਨੇ। ਗੁਰੂ ਸਾਹਿਬ ਜੀ ਦੀ ਸੁਤੇ ਕਲਾ ਅੱਜ ਵੀ ਵਰਤਦੀ ਹੈ ਕਿ ਗੁਰਸਿੱਖਾਂ ਅੰਦਰ ਗੁਰੂ ਘਰ ਪ੍ਰਤੀ ਸ਼ਰਧਾ ਬਣ ਜਾਏ। ਪਰ ਜੇ ਕਿਹਾ ਕਿਸੇ ਨੇ ਵੀ ਵਿਖਾਓ ਕਰਾਮਾਤ, ਬਾਬਰ ਕਹਿ ਰਿਹਾ ਜੀ ਵਿਖਾਓ ਕਰਾਮਾਤ, ਤਾਂ ਫਿਰ ਮੇਰੇ ਪਾਤਸ਼ਾਹ ਕਹਿੰਦੇ ਕਰਾਮਾਤ ਕਹਿਰ ਦਾ ਨਾਮ ਹੈ। ਜਾਚ ਲਿਓ ਜੋ ਹੈ ਚਿਤ ਚਾਈ। ਮਹਾਰਾਜ ਜੀ ਕਹਿੰਦੇ ਬਾਬਰ ਕਰਾਮਾਤ ਕਹਿਰ ਦਾ ਨਾਮ ਹੈ। ਦੱਸ ਜੇ ਤੇਰੇ ਮਨ 'ਚ ਚਾਹਨਾ ਤੂੰ ਕਹਿਰ ਵੇਖਣਾ ਚਾਹੁੰਦਾ? ਵੇਖਣਾ ਕਹਿਰ? ਜੇ ਹੈ ਇੱਛਾ ਤਾਂ ਦੱਸ। ਸਥਿਰ ਕਰ ਮਨ ਡੋਲੋ ਨਾਈ। ਜੇ ਕਹਿਰ ਨਹੀਂ ਵੇਖਣਾ ਤੇ ਤੇਰੇ ਮਨ 'ਚ ਜੋ ਭਾਵਨਾ ਤੂੰ ਕੁਝ ਹੋਰ ਮੰਗਣਾ ਚਾਹੁੰਦਾ ਤੇ ਫਿਰ ਉਹ ਮੰਗ ਲੈ। ਮਨ ਨਾ ਡੁਲਾਈ, ਮਨ ਵਿੱਚ ਪਰਪੱਕ ਨਿਸ਼ਚਾ ਰੱਖੀ। ਬਾਬਰ ਕੇ ਰੋਹ ਤੋਂ ਵੱਡ ਭਾਗਾ। ਬਾਬਰ ਦੇ ਕੋਈ ਭਾਗ ਜਾਗੇ ਨੇ, ਮਹਾਕਵੀ ਜੀ ਕਹਿੰਦੇ ਬਾਬਰ ਦੇ ਕੋਈ ਭਾਗ ਸਵੱਲੇ ਨੇ, ਕੋਈ ਕਰਮ ਚੰਗੇ ਨੇ ਪੂਰਬਲੇ ਜਨਮਾਂ ਦੇ ਕੀਤੇ ਹੋਏ। ਸੁਣ ਕੇ ਬਚਨ ਚਰਨ ਅਨੁਰਾਗਾ। ਸਤਿਗੁਰੂ ਜੀ ਦੇ ਬਚਨ ਸੁਣ ਕੇ ਬਾਬਰ ਦੇ ਹਿਰਦੇ 'ਚ ਗੁਰੂ ਨਾਨਕ ਸਾਹਿਬ ਦੇ ਚਰਨਾਂ ਪ੍ਰਤੀ ਪ੍ਰੇਮ ਜਾਗ ਪਿਆ। ਖਾਲਸਾ ਜੀ, ਇਹ ਹਿੰਦੁਸਤਾਨ ਦੀ ਬਾਦਸ਼ਾਹੀ ਮੁਗਲਾਂ ਨੂੰ ਗੁਰੂ ਨਾਨਕ ਸਾਹਿਬ ਨੇ ਦਿੱਤੀ ਬਾਬਰ ਨੂੰ। ਭਾਈ ਰਤਨ ਸਿੰਘ ਭੰਗੂ ਨੇ ਪ੍ਰਾਚੀਨ ਪੰਥ ਪ੍ਰਕਾਸ਼ ਵਿੱਚ ਲਿਖਿਆ, ਜਦੋਂ ਲੁਧਿਆਣੇ ਦਾ ਬੂਟੇ ਸ਼ਾਹ ਮੌਲਵੀ ਕਹਿੰਦਾ ਕਿ ਇਹਨਾਂ ਸਿੱਖਾਂ ਨੂੰ
ਅਸੀਂ ਛੱਡ ਦਿੱਤਾ ਰਾਜ। ਇਹ ਲੁਟੇਰੇ ਸੀ, ਲੁੱਟਾਂ ਖੋਹਾਂ ਕਰਦੇ ਸੀ, ਤਾਂ ਇਹਨਾਂ ਨੂੰ ਰਾਜ ਦੇ ਦਿੱਤਾ ਹੈ। ਤੇ ਭਾਈ ਰਤਨ ਸਿੰਘ ਭੰਗੂ ਨੇ ਕਿਹਾ ਸੀ ਕੈਪਟਨ ਮਰੇ ਨੂੰ ਕਿ ਕੈਪਟਨ ਮਰੇ, ਇਹਨਾਂ ਦੇ ਵਡੇਰਿਆਂ ਨੂੰ, ਮੁਗਲਾਂ ਨੂੰ, ਬਾਬਰ ਨੂੰ ਪਾਤਸ਼ਾਹੀ ਤਾਂ ਸਾਡੇ ਗੁਰੂ ਨਾਨਕ ਸਾਹਿਬ ਨੇ ਦਿੱਤੀ ਸੀ, ਤੇ ਸਾਨੂੰ ਵੀ ਉਸੇ ਸਾਹਿਬ ਨੇ ਪਾਤਸ਼ਾਹੀ ਦਿੱਤੀ ਆ। ਇਹ ਕੌਣ ਨੇ ਸਾਨੂੰ ਪਾਤਸ਼ਾਹੀਆਂ ਦੇਣ ਵਾਲੇ? ਸਾਨੂੰ ਪਾਤਸ਼ਾਹੀ ਗੁਰੂ ਨਾਨਕ ਸਾਹਿਬ, ਗੁਰੂ ਗੋਬਿੰਦ ਸਿੰਘ ਸਾਹਿਬ ਨੇ ਦਿੱਤੀ। ਉਹ ਕਹਿੰਦਾ ਵੀ ਇਹਨਾਂ ਨੂੰ ਕਿਵੇਂ ਮਿਲਿਆ ਰਾਜ? ਕਹਿੰਦੇ ਜਦੋਂ ਬਾਬਰ ਆਇਆ ਹਿੰਦੁਸਤਾਨ ਤੇ ਚੜ੍ਹ ਕੇ, ਤੇ ਪਹਿਲਾਂ ਤਾਂ ਉਹਨੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਮਹਿਮਾ ਵੇਖੀ, ਫਿਰ ਮਨ ਚ ਆਇਆ ਮੈਂ ਇਹਨਾਂ ਕੋਲੋਂ ਰਾਜ ਨਹੀਂ ਮੰਗਣਾ, ਮੈਂ ਰਾਜ ਮੰਗਾਂਗਾ ਹਜ਼ਰਤ ਮੁਹੰਮਦ ਸਾਹਿਬ ਤੋਂ, ਸਾਡੇ ਜਿਹੜੇ ਪੈਗੰਬਰ ਨੇ। ਜਦੋਂ ਸਤਿਗੁਰਾਂ ਕੋਲ ਆਇਆ ਤੇ ਮਹਾਰਾਜ ਜੀ ਨੂੰ ਕਹਿੰਦਾ ਜੀ ਕਿਰਪਾ ਕਰੋ। ਮਹਾਰਾਜ ਕਹਿੰਦੇ ਹਜ਼ਰਤ ਸਾਹਿਬ ਕੋਲੋਂ ਹੀ ਮੰਗੋ ਕਿਰਪਾ। ਕਹਿੰਦਾ ਜੀ ਉੱਥੇ ਤੱਕ ਮੇਰੀ ਪਹੁੰਚ ਕੋਈ ਨਹੀਂ। ਪਾਤਸ਼ਾਹ ਕਹਿੰਦੇ ਅਸੀਂ ਪਹੁੰਚਾ ਦਿੰਦੇ ਆ, ਜਾ ਉਹਦੇ ਕੋਲੋਂ ਜਾ ਕੇ ਮੰਗ ਲੈ ਜੇ ਤੈਨੂੰ ਰਾਜ ਦਿੰਦਾ ਹਿੰਦੁਸਤਾਨ ਦਾ ਤਾਂ। ਮਹਾਰਾਜ ਜੀ ਨੇ ਆਪਣਾ ਡੰਡਾ ਇਹਨੂੰ ਦਿੱਤਾ ਆਸਾ, ਬਾਬਰ ਨੇ ਪਕੜਿਆ ਤੇ ਹਜ਼ਰਤ ਮੁਹੰਮਦ ਸਾਹਿਬ ਤੱਕ ਪਹੁੰਚਿਆ। ਉੱਥੇ ਵੇਖਿਆ ਗੁਰੂ ਨਾਨਕ ਸਾਹਿਬ ਦਾ ਦਰਬਾਰ ਹੈ ਤੇ ਬਾਹਰ ਅਨੇਕਾਂ ਪੈਗੰਬਰ ਖੜੇ ਆ ਲਾਈਨ 'ਚ। ਪਿਛਲੇ ਪਾਸੇ ਹਜ਼ਰਤ ਮੁਹੰਮਦ ਸਾਹਿਬ ਖੜੇ ਇਹਨੂੰ ਦਿਸੇ। ਜਾ ਕੇ ਨਮਸਕਾਰ ਕੀਤੀ ਤੇ ਕਹਿੰਦਾ ਜੀ ਮੈਂ ਤੁਹਾਡੇ ਕੋਲ ਹਿੰਦੁਸਤਾਨ ਦਾ ਰਾਜ ਲੈਣ ਆਇਆ। ਹਜ਼ਰਤ ਮੁਹੰਮਦ ਸਾਹਿਬ ਕਹਿੰਦੇ ਆ ਬਾਬਰ ਮੇਰੇ ਕੋਲ ਕੱਲਾ ਅਫਗਾਨਿਸਤਾਨ ਦੇ ਇਲਾਕੇ ਦਾ ਰਾਜ ਸੀ, ਮੈਂ ਉਹ ਤੇਰੇ ਵਡੇਰੇ ਨੂੰ ਤਿਮਰਲਿੰਗ ਨੂੰ ਦੇ ਚੁੱਕਾ। ਹਿੰਦੁਸਤਾਨ ਦਾ ਜੇ ਰਾਜ ਲੈਣਾ, ਪਾਤਸ਼ਾਹੀ ਲੈਣੀ ਹੈ ਤਾਂ ਜਾ ਕੇ ਗੁਰੂ ਨਾਨਕ ਸਾਹਿਬ ਦੇ ਚਰਨਾਂ 'ਚ ਨਮਸਕਾਰ ਕਰਕੇ ਉਹਨਾਂ ਕੋਲੋਂ ਲੈ, ਉਹੀ ਦੇ ਸਕਦੇ ਆ, ਮੇਰੇ ਕੋਲ ਤਾਕਤ ਨਹੀਂ। ਸਤਿ ਸ੍ਰੀ ਅਕਾਲ। ਇਹ ਕਥਾ ਪੜਾਣਾ ਪਿੰਡ ਆ, ਪੜਾਣਾ ਉਸ ਪਿੰਡ ਦੇ ਵਿੱਚ ਭਾਈ ਤਾਰੂ ਸਿੰਘ ਸ਼ਹੀਦ ਨੇ ਸੰਗਤ ਨੂੰ ਸੁਣਾਈ ਸੀ। ਭਾਈ ਰਤਨ ਸਿੰਘ ਭੰਗੂ ਨੇ ਪ੍ਰਾਚੀਨ ਪੰਥ ਪ੍ਰਕਾਸ਼ ਵਿੱਚ ਇਹ ਸਾਰਾ ਪ੍ਰਸੰਗ ਲਿਖਿਆ। ਫਿਰ ਬਾਬਰ ਆਇਆ ਸਤਿਗੁਰਾਂ ਦੇ ਸਨਮੁਖ, ਮਾਫੀ ਮੰਗੀ, ਮਹਾਰਾਜ ਜੀ ਦੇ ਕੋਲੋਂ ਰਾਜ ਮੰਗਦਾ ਹੈ। ਇੱਥੇ ਮਹਾਂਕਵੀ ਕਵੀ ਰਾਜ ਭਾਈ ਸੰਤੋਖ ਸਿੰਘ ਜੀ ਦੱਸ ਰਹੇ ਨੇ, ਕਹਿੰਦੇ ਬਾਬਰ ਦੇ ਮਨ 'ਚ ਪ੍ਰੇਮ ਆ ਗਿਆ ਗੁਰੂ ਸਾਹਿਬ ਜੀ ਪ੍ਰਤੀ। ਜਦੋਂ ਸਾਰਾ ਕੁਝ ਵੇਖ ਲਿਆ ਫਿਰ ਪਤਾ ਲੱਗਾ ਵੀ ਇਹੀ ਨੇ ਵਲੀ, ਇਹੀ ਨੇ ਪੂਰਨ ਪੁਰਖ, ਤੇ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਅਨੁਰਾਗ ਕਰਕੇ ਪ੍ਰੇਮ ਕਰਦਾ ਹੈ। ਪ੍ਰੇਮ ਖੁਦਾਏ ਮਗਨ ਮਨ ਜਾਨੀ। ਇਹਨੇ ਮਨ 'ਚ ਜਾਣ ਲਿਆ ਬਾਬਰ ਨੇ ਕਿ ਗੁਰੂ ਨਾਨਕ ਸਾਹਿਬ ਪ੍ਰੇਮ ਦੇ ਰੂਪ ਨੇ, ਇਹ ਖੁਦਾ ਦਾ ਨੂਰ ਨੇ, ਖੁਦਾ ਦੀ ਮੂਰਤ ਨੇ। ਜਾਂ ਤੇ ਪੇਟ ਭਾਂਗ ਕੀ ਆਨੀ। ਬਾਬਰ ਨੂੰ ਇਹ ਸੋਚ ਸੀ, ਕਿਉਂਕਿ ਅਕਸਰ ਉਹਨਾਂ ਵੇਲਿਆਂ ਵਿੱਚ ਜਿਹੜੇ ਫਕੀਰ ਲੋਕ ਹੁੰਦੇ ਸੀ ਉਹ ਭੰਗ ਦਾ ਸੇਵਨ ਕਰਦੇ ਸੀ। ਇਹਨੇ ਵੇਖਿਆ ਵੀ ਇਹ ਵੀ ਕੋਈ ਫਕੀਰ ਨੇ, ਤੇ ਉਹ ਭੰਗ ਲਿਆਇਆ ਸੀ ਇੱਕ ਥੈਲੀ 'ਚ ਪਾ ਕੇ ਵੀ ਗੁਰੂ ਸਾਹਿਬ ਗੁਰੂ ਨਾਨਕ ਸਾਹਿਬ ਨੂੰ ਭੇਟ ਕਰਾਂਗੇ ਭੰਗ। ਉਹ ਭੰਗ ਦੀ ਥੈਲੀ ਲਿਆ ਕੇ ਨੇ ਸਤਿਗੁਰਾਂ ਨੂੰ, ਇੱਕ ਭੰਗ ਹੁੰਦੀ ਹੈ, ਇੱਕ ਸੁੱਖਾ ਹੁੰਦਾ ਹੈ। ਭੰਗ ਤੇ ਸੁੱਖਾ ਦੋਨਾਂ ਵਿੱਚ ਫਰਕ ਹੁੰਦਾ ਹੈ। ਭੰਗ ਦੇ ਜਿਹੜੇ ਪੱਤੇ ਹੁੰਦੇ ਆ ਉਹ ਜ਼ਿਆਦਾ ਭਿਆਨਕ ਹੁੰਦੇ ਆ, ਤੇ ਸੁੱਖਾ ਆਦਿਕ ਜਿਹੜੀ ਆ ਉਹ ਔਸ਼ਧੀਆਂ ਦੇ ਵਿੱਚ, ਦਵਾਈਆਂ ਆਦਿਕ ਦੇ ਵਿੱਚ ਵੀ ਪੈਂਦੀ ਆ ਬੂਟੀ। ਤੋਂ ਭੰਗ ਜਿਹੜੀ ਆ ਉਹ ਇਹਨੇ ਲਿਆਂਦੀ, ਉਹ ਭੰਗ ਮਹਾਰਾਜ ਜੀ ਨੂੰ ਭੇਟਾ ਕਰਨ ਵਾਸਤੇ ਨੇ ਕੱਢੀ। ਬੇਪਰਵਾਹ ਲਕੇ ਦਰਵੇਸ਼ਾ। ਦੇਖਿਆ ਵੀ ਇਹ ਤਾਂ ਬੇਪਰਵਾਹ ਦਰਵੇਸ਼ ਨੇ, ਇਹਨਾਂ ਨੂੰ ਪੈਸੇ ਦੇ ਕੇ ਇਹਨਾਂ ਨੇ ਖੁਸ਼ ਨਹੀਂ ਹੋਣਾ। ਜਿਹੜੇ ਦਰਵੇਸ਼ ਫਕੀਰ ਹੁੰਦੇ ਆ ਉਹ ਤਾਂ ਬੇਪਰਵਾਹ ਹੁੰਦੇ ਆ, ਤੇ ਕਹਿੰਦੇ ਭੰਗ ਇਹਨਾਂ ਨੂੰ ਭੇਟ ਕਰੀਏ। ਦਰਬ ਲੋਭ ਜਿਨ ਕੇ ਨੈ ਲੇਸ਼ਾ। ਇਹਨਾਂ ਦੇ ਹਿਰਦੇ 'ਚ ਧਨ ਦਾ ਕੋਈ ਲੋਭ ਲਾਲਚ ਨਹੀਂ। ਧਰੀ ਗੁਰੂ ਕੇ ਜਬੇ ਅਗਾਰੀ। ਜਦੋਂ ਭਾਂਗੇ ਨੇ ਸਤਿਗੁਰਾਂ ਦੇ ਸਨਮੁਖ ਰੱਖੀ, ਤੈਂ ਬਿਲੋਕ ਕੈ ਗਿਰਾ ਉਚਾਰੀ। ਵੇਖ ਕੇ ਸਤਿਗੁਰੂ ਜੀ ਨੇ ਸ਼ਬਦ ਉਚਾਰਨ ਕੀਤਾ, ਭਉ ਤੇਰਾ ਭਾਂਗ ਖਲੜੀ ਮੇਰਾ ਚੀਤ, ਮੈਂ ਦੇਵਾਨਾ ਭਇਆ ਅਤੀਤ। ਇਹ ਸ਼ਬਦ ਪਾਤਸ਼ਾਹ ਨੇ ਉਚਾਰਨ ਕੀਤਾ। ਕਹਿੰਦੇ ਬਾਬਰੇ ਭੰਗ ਸਾਡੇ ਕਿਸ ਕੰਮ ਦੀ? ਉਹ ਪਾਵਨ ਸ਼ਬਦ ਜੋ ਪਾਤਸ਼ਾਹ ਉਚਾਰਨ ਕਰ ਰਹੇ ਨੇ ਔਰ ਬਾਬਰ ਨੂੰ ਪਾਤਸ਼ਾਹੀ ਬਖਸ਼ ਰਹੇ ਨੇ, ਉਹ ਕਥਾ ਆਪ ਦੀ ਅਗਲਿਆਂ ਪ੍ਰਸੰਗਾਂ ਵਿੱਚ ਸਰਵਣ ਕਰੋਗੇ।
ਗਰੀਬ ਨਵਾਜ ਸਤਿਗੁਰਾਂ ਦਾ ਪਾਵਨ ਇਤਿਹਾਸ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ 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 ਹੇ ਅਚੁੱਤ ਹੈ ਪਾਰ ਬ੍ਰਹਮ ਅਬਨਾਸੀ ਅਗਨਾਸੀ ਹੇ ਪੂਰਨ ਹੈ ਸਰਬ ਮੈਂ ਮੁਖ ਪੰਜਨ ਗੁਣਤਾਸ ਹੇ ਸੰਗੀ ਹੈ ਨਿਰੰਕਾਰ ਏ ਨਿਰਗੁਣ ਸਭ ਟੇਕ ਹੇ ਗੋਬਿੰਦ ਹੈ ਗੁਣ ਨਿਧਾਨ ਜਾਂ ਕੇ ਸਦਾ ਬਵੇਕ ਹੇ ਅਪਰੰਪਰ ਹਰ ਹਰੇ ਹੈ ਪੀਓ ਅਣਹਾਰੇ ਹੇ ਸੰਤ ਕੈ ਸਦਾ ਸੰਗ ਧਾਰਾ ਆਧਾਰ ਹੇ ਠਾਕੁਰ ਹੋ ਦਾਸਰੋ ਮੈਂ ਨਿਰਗੁਣ ਗੁਣ ਨਹੀਂ ਕੋਈ ਨਾਨਕ ਦੀਜੈ ਨਾਮ ਦਾਨ ਰਾਖੋ ਹੀਐ ਪਰੋਏ ਆਏ ਪ੍ਰਭ ਸ਼ਰਣਾਗਤੀ ਕਿਰਪਾ ਨਿਧ ਦਿਆਲ ਏਕ ਅੱਖਰ ਹਰ ਮਨ ਬਸਤ ਨਾਨਕ ਓਤ ਨਿਆਲ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋਤਰੇ ਪਾਰ ਜੋ ਸ਼ਰਧਾ ਕਰ ਸੇਵੰਦੇ ਗੁਰ ਪਾਰਿ ਉਤਾਰ ਨਿਆਰ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋਤਰੇ ਪਾਰ ਜੋ ਸ਼ਰਧਾ ਕਰ ਸੇਵੰਦੇ ਗੁਰ ਪਾਰਿ ਉਤਾਰ ਨਿਆਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।